ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਫਿਰ ਦਰਸ਼ਕੋ, ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਉਸ ਵੇਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਤੇ ਅੱਜ ਇਹ ਵੀ ਸੁਭਾਵਨਾ ਸੀ, ਜਦੋਂ ਕੱਲ ਇਹ ਕਿਹਾ ਗਿਆ ਸੀ ਵੀ ਕੋਰ ਕਮੇਟੀ ਦੀ ਮੀਟਿੰਗ ਹੋਏਗੀ, ਤਾਂ ਇਹ ਲੱਗਦਾ ਸੀ ਕਿ ਅੱਜ ਜਿਹੜੀ ਹਾਰ ਦੇ ਕਾਰਨ ਇੱਕ ਸਮੀਖਿਆ ਕਮੇਟੀ ਬਣਾਈ ਸੀ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਇਕਬਾਲ ਸਿੰਘ ਝੁੰਦਾ ਕਮੇਟੀ, ਕਿਉਂਕਿ ਜਿਹੜੇ ਸੰਗਰੂਰ ਦੇ ਜਥੇਦਾਰ ਨੇ ਸਰਦਾਰ ਇਕਬਾਲ ਸਿੰਘ ਝੁੰਦਾ, ਉਹਨਾਂ ਦੀ ਅਗਵਾਈ 'ਚ ਕਮੇਟੀ ਬਣੀ ਸੀ, ਜਿਸ ਨੇ 100 ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰਕੇ ਇਹ ਦੱਸਣਾ ਸੀ ਕਿ ਕੀ ਕਾਰਨ ਹੋਏ, ਇਹ ਮੰਥਨ ਕਰਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੰਨੀ ਬੁਰੀ ਤਰ੍ਹਾਂ ਕਿਉਂ ਹਾਰਿਆ। ਉਸ ਕਮੇਟੀ ਦੀ ਜਿਹੜੀ ਹੈ ਰਿਪੋਰਟ ਅੱਜ ਡਿਸਕਸ ਹੋਣ ਦੀ ਸੰਭਾਵਨਾ ਸੀ। ਪਤਾ ਨਹੀਂ ਲੱਗਿਆ ਡਿਸਕਸ ਕੀਤੀ ਹੈ ਜਾਂ ਨਹੀਂ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਸ ਦਿਨ ਰਾਸ਼ਟਰਪਤੀ ਦੀ ਵੋਟ ਪਾਉਣ ਤੋਂ ਜਵਾਬ ਦਿੱਤਾ ਸੀ, ਜਿਹੜਾ ਵਿਧਾਇਕ ਦਲ ਦਾ ਨੇਤਾ, ਵਿਧਾਇਕ ਦਲ ਜਿਹੜੇ ਤਿੰਨੇ ਮੈਂਬਰ ਨੇ, MLA ਨੇ, ਉਹਨਾਂ ਦਾ ਜਿਹੜਾ ਲੀਡਰ ਹੈ ਪੰਜਾਬ ਵਿਧਾਨ ਸਭਾ 'ਚ, ਮਨਪ੍ਰੀਤ ਸਿੰਘ ਇਆਲੀ, ਉਹਨਾਂ ਨੇ ਇਹ ਕਿਹਾ ਸੀ ਕਿ ਇਹ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਡਿਸਕਸ ਕਰਨਾ ਚਾਹੀਦਾ ਹੈ, ਔਰ ਵੋਟ ਉਹਨਾਂ ਨੇ ਨਹੀਂ ਪਾਈ ਸੀ। ਉਹ ਇਆਲੀ ਸਾਹਿਬ ਖੁਦ ਵੀ ਵੈਸੇ ਮੈਂਬਰ ਸੀ। ਅੱਜ ਦੀ ਕੋਰ ਕਮੇਟੀ ਦੇ ਵਿੱਚ ਹੋਰ ਕੋਈ ਮੈਂਬਰ ਨਹੀਂ ਬੁਲਾਇਆ ਉਹ ਕਮੇਟੀ ਦਾ, ਸਿਰਫ ਇਕਬਾਲ ਸਿੰਘ ਝੁੰਦਾ ਬੁਲਾਏ ਗਏ ਸੀ। ਤੇ ਹੁਣ ਕਮੇਟੀ ਦੀਆਂ ਸਿਫਾਰਸ਼ਾਂ ਨੇ, ਉਹਨਾਂ 'ਚ ਦੇਖਦੇ ਹਾਂ ਕਿਹੜੀ ਕਿਹੜੀ ਸਿਫਾਰਸ਼ ਮੰਨੀ ਜਾਂਦੀ ਹੈ, ਤੇ ਖਾਸ ਤੌਰ ਤੇ ਇਹ ਸਿਫਾਰਸ਼ ਜ਼ਿਆਦਾ ਹਾਈਲਾਈਟ ਹੋਈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ, ਉਹ ਕੋਈ ਵੀ ਸਿਆਸੀ ਉਹਦੇ ਲਈ ਚੋਣ ਨਹੀਂ ਲੜ ਸਕਦੇ। ਆਮ ਤੌਰ ਤੇ ਇਹ ਹੁੰਦਾ ਸੀ ਹੁਣ ਤੱਕ ਕਿ ਜਿਹੜਾ ਬੰਦਾ ਬਾਦਲ ਸਾਹਿਬ ਕਹਿੰਦੇ ਸੀ ਵੀ ਇਹ ਤੁਹਾਨੂੰ ਟਿਕਟਾਂ ਦਿੱਤੀ ਹੈ, ਜਿਹਨੂੰ ਟਿਕਟ ਨਹੀਂ ਮਿਲ ਸਕਦੀ ਸੀ ਉਹਨੂੰ ਕਹਿ ਦਿੰਦੇ ਸੀ ਤੈਨੂੰ ਅਸੀਂ ਸ਼੍ਰੋਮਣੀ ਕਮੇਟੀ ਉਹ ਚੋਣ ਲੜਾ ਦਾਂਗੇ ਜਾਂ ਸ਼੍ਰੋਮਣੀ ਕਮੇਟੀ ਦੀ ਟਿਕਟ ਦੇ ਦਾਂਗੇ। ਇੱਕ ਹੋਰ ਮਸਲਾ ਵੱਡਾ ਕਿ ਜਿਹੜਾ ਪੰਥਕ ਏਜੰਡੇ ਤੋਂ ਸਾਈਡ ਟਰੈਕ ਕਰ ਗਈ ਸ਼੍ਰੋਮਣੀ ਅਕਾਲੀ ਦਲ, ਪੰਜਾਬੀ ਪਾਰਟੀ ਬਣ ਗਈ ਤੇ ਪੰਥਕ ਏਜੰਡਾ ਇੱਕ ਕਿਸਮ ਦਾ ਛੱਡ ਹੀ ਦਿੱਤਾ ਸੀ। ਦੁਬਾਰਾ ਪੰਥਕ ਏਜੰਡੇ ਤੇ ਆਉਣ ਦੀ ਗੱਲ ਦੀ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਹੋਈ ਹੈ। ਪਤਾ ਇਹ ਲੱਗਿਆ ਕਿ ਬਹੁਤ ਸਾਰੇ ਮੈਂਬਰ ਇਹ ਵੀ ਚਾਹੁੰਦੇ ਨੇ ਕਿ ਜਿਹੜੀ ਹੈ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਜਾਵੇ। ਇਹ ਗੱਲ ਕਮੇਟੀ ਦੇ ਵਿੱਚ ਪਤਾ ਇਹ ਲੱਗਿਆ, ਬਾਹਰ ਆਇਆ ਸੀ ਕਿ 13 ਮੈਂਬਰਾਂ ਚੋਂ ਤਕਰੀਬਨ 7 ਮੈਂਬਰ ਐਸੇ ਨੇ, ਮੈਜੋਰਟੀ ਇਹ ਹੈ, ਉਹ ਕੁਛ ਸੁਧਾਰ ਤਾਂ ਚਾਹੁੰਦੇ ਨੇ, ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨਗੀ ਚਾਹੁੰਦੇ ਨੇ। ਲੇਕਿਨ ਇੱਕ ਵੱਡਾ ਗਰੁੱਪ ਜਿਹੜਾ ਐਸਾ ਪੈਦਾ ਹੋ ਗਿਆ, ਜਿਨ੍ਹਾਂ ਨੂੰ ਬਾਗੀ ਕਹਿ ਲਓ, ਜਿਨ੍ਹਾਂ ਨੂੰ ਇਹ ਕਹਿ ਲਓ, ਕਿ ਜਿਹੜੇ ਇਹ ਚਾਹੁੰਦੇ ਨੇ ਕਿ ਹੁਣ ਸਮਾਂ ਆ ਗਿਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨਾ ਹੈ ਤਾਂ ਜਿਹੜਾ ਲੀਡਰਸ਼ਿਪ 'ਚ ਤਬਦੀਲੀ ਹੋਣੀ ਚਾਹੀਦੀ ਹੈ। ਜਗਮੀਤ ਸਿੰਘ ਬਰਾੜ ਨੇ ਤਾਂ ਇਹ ਵੀ ਸੁਝਾਅ ਦਿੱਤਾ ਸੀ ਵੀ 3 ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਜਾਣ, ਤੇ ਸਰਦਾਰ ਕਰਨੈਲ ਸਿੰਘ ਪੰਜੌਲੀ ਨੇ ਤਾਂ ਇਹ ਵੀ ਕਿਹਾ ਸੀ, ਜਿਸ ਦਿਨ ਸੰਗਰੂਰ ਦੇ ਵਿੱਚ ਹਾਰ ਹੋਈ ਹੈ ਲੋਕ ਸਭਾ ਦੇ ਵਿੱਚ, ਸਭ ਤੋਂ ਘੱਟ 6% ਵੋਟਾਂ ਮਿਲੀਆਂ ਨੇ, ਤਾਂ ਉਸ ਵੇਲੇ ਕਿਹਾ ਸੀ ਕਿ ਸਾਰੇ ਜਿਹੜੇ ਮੈਂਬਰ ਨੇ ਸਮੇਤ ਕੋਰ ਕਮੇਟੀ ਸੁਖਬੀਰ ਸਿੰਘ ਬਾਦਲ ਆਪਣੇ ਸਾਰਾ ਜਿਹੜਾ ਅਹੁਦੇਦਾਰ ਨੇ ਉਹ ਅਸਤੀਫੇ ਦੇਣ ਅਕਾਲ ਤਖਤ ਸਾਹਿਬ ਤੇ ਜਾ ਕੇ। ਤੋਂ ਇਸ ਤਰ੍ਹਾਂ ਬਹੁਤ ਸਾਰੇ ਹੋਰ ਬੰਦੇ, ਭਾਈ ਮਨਜੀਤ ਸਿੰਘ, ਉਹਨਾਂ ਨੇ ਕਿਹਾ ਸੀ ਤਿਆਗ ਦੀ ਜਿਹੜੀ ਜ਼ਰੂਰਤ ਹੈ। ਤੋਂ ਇਸੇ ਤਰ੍ਹਾਂ ਰਵੀ ਕਰਨ ਸਿੰਘ ਕਾਹਲੋਂ ਨੌਜਵਾਨ ਲੀਡਰ ਨੇ, ਗੁਰਪ੍ਰਤਾਪ ਸਿੰਘ ਬਡਾਲਾ, ਸਰਬਜੋਤ ਸਿੰਘ ਮਕੇਰੀਆ, ਧਰਮਵੀਰ ਸਿੰਘ ਗਿੱਲ, ਅਮਰਪਾਲ ਸਿੰਘ ਬੋਨੀ ਅਜਨਾਲਾ, ਕਰਨੈਲ ਸਿੰਘ ਪੰਜਾਬੀ ਦਾ ਮੈਂ ਜ਼ਿਕਰ ਕਰ ਚੁੱਕਿਆ। ਇੱਕ SS ਬੋਰਡ ਦੇ ਮੈਂਬਰ ਰਹੇ ਨੇ ਜਿਹੜੇ ਸੰਤਾ ਸਿੰਘ ਮੈਦਪੁਰੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਸੀ, ਮਤਲਬ ਮਨਪ੍ਰੀਤ ਇਆਲੀ ਦੀ ਹਮਾਇਤ ਕੀਤੀ ਸੀ। ਕਿਉਂ ਲੱਗਦਾ ਕਿ ਬਾਗੀ ਸੁਰਾਂ ਵੀ ਉੱਠ ਰਹੀਆਂ ਨੇ? ਕਿਉਂ ਲੱਗਦਾ ਕਿ
बहुत ਜਿਹੜਾ ਕੇਡਰ ਹੈ ਬੁਰੀ ਤਰੀਕੇ ਨਾਲ ਇਹ ਚਾਹ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਦੁਬਾਰਾ ਸਰਜੀਤ ਹੋਵੇ। ਦੇਖੋ ਸੱਚੀ ਗੱਲ ਤਾਂ ਇਹ ਹੈ, ਪੰਜਾਬ ਵੀ ਚਾਹੁੰਦਾ ਹੈ ਕਿ ਕੋਈ ਪੰਜਾਬ ਹਤੈਸ਼ੀ ਜਿਹੜੀ ਸਿਰਫ ਤੇ ਸਿਰਫ ਪੰਜਾਬ 'ਚੋਂ ਚੱਲਣ ਵਾਲੀ ਪਾਰਟੀ ਹੋਵੇ, ਜਿਹੜੀ ਪੰਜਾਬ ਦੀ ਗੱਲ ਕਰੇ। ਔਰ ਹੁਣ ਤੱਕ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖੀਏ, ਉਹ ਪੰਜਾਬ ਦੇ ਹਿੱਤਾਂ ਲਈ ਔਰ ਸੂਬਿਆਂ ਦੇ ਅਧਿਕਾਰਾਂ ਲਈ ਲੜਦੇ ਆਏ ਨੇ। ਔਰ ਜਿਹੜੇ ਮਨੁੱਖ ਦੀ ਆਜ਼ਾਦੀ ਦੀ ਗੱਲ ਜਿਹੜੀ ਹੈ ਗੁਰੂਆਂ ਨੇ ਜਿਹੜੀ ਸਿਖਾਈ ਸੀ ਉਹ ਵੀ ਕਰਦੇ ਆਏ ਨੇ। ਪਰ ਕਾਫੀ ਸਮੇਂ ਤੋਂ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਈ, ਬਹੁਤ ਸਾਰੀਆਂ ਗੱਲਾਂ ਤੇ ਸਿਧਾਂਤਾਂ ਤੇ ਸਮਝੌਤਾ ਜਿਹੜਾ ਹੈ ਉਹ ਕੀਤਾ। ਔਰ ਇਹ ਸਾਰੇ ਕਾਰਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਸ ਪੋਜੀਸ਼ਨ 'ਚ ਪਹੁੰਚਿਆ। ਮੈਂ ਉਹ ਡਿਟੇਲ 'ਚ ਨਹੀਂ ਜਾਣਾ ਕਿ ਜਿਹਦੇ 'ਚ ਅਸੀਂ ਇਹ ਕਹੀਏ ਕਿ ਕਿਸ ਤਰੀਕੇ ਨਾਲ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਵਾਈ ਗਈ ਉਹਦੀ ਫਿਲਮ ਚਲਾਉਣ ਲਈ, ਫਿਰ ਮਾਫੀ ਵਾਪਸ ਹੋਈ। ਇਹ ਸਾਰੀਆਂ ਗੱਲਾਂ ਬਹੁਤ ਵਾਰ ਅਸੀਂ ਕਰ ਚੁੱਕੇ ਹਾਂ। ਅੱਜ ਸਾਡਾ ਟੌਪਿਕ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੁੜ ਸਰਜੀਤ ਹੋ ਸਕਦਾ ਹੈ, ਜਿਵੇਂ ਇਹਦੀਆਂ ਕੋਸ਼ਿਸ਼ਾਂ ਚੱਲਦੀਆਂ ਨੇ, ਜਾਂ ਜਿਵੇਂ ਬਾਗੀ ਕਹਿ ਰਹੇ ਨੇ ਕਿ ਲੀਡਰਸ਼ਿਪ 'ਚ ਤਬਦੀਲੀ ਹੋਣੀ ਚਾਹੀਦੀ ਹੈ। ਇਹਦੇ ਆਪਾਂ ਚਰਚਾ ਕਰਨੀ ਹੈ। ਤੇ ਚਰਚਾ ਕਰਨ ਲਈ ਸਾਡੇ ਨਾਲ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਸ਼ਾਮਲ ਨੇ, ਤੇ ਨਾਲ ਸਾਡੇ ਡਾਕਟਰ ਸੁਰਿੰਦਰ ਕੌਰ ਕਮਲ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਨੇ, ਸਹਿਜਪਾਲ ਸਿੰਘ ਬਰਾੜ ਸਾਹਿਬ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਸ਼ਾਮਲ ਨੇ, ਔਰ ਪ੍ਰਹਲਾਦ ਸਿੰਘ ਪਟਲ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਡਾਕਟਰ ਕੇਹਰ ਸਿੰਘ ਜੀ, ਪੋਲੀਟੀਕਲ ਪਾਰਟੀ ਦੀ ਗੱਲ ਆਪਾਂ ਸੁਣਦੇ ਆ। ਪਹਿਲਾਂ ਤੁਸੀਂ ਕਿਉਂਕਿ ਇਸ ਨੂੰ ਬੜਾ ਪੁਰਾਣਾ ਗਵਾਚ ਰਹੇ ਹੋ, ਸਿਆਸੀ ਤੌਰ ਤੇ ਤੁਸੀਂ ਲਗਾਤਾਰ ਗੱਲ ਵੀ ਕਰਦੇ ਹੋ। ਔਰ ਮੈਂ ਤੁਹਾਨੂੰ ਦੱਸਦਾ ਦਰਸ਼ਕੋ ਕਿ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਨੇ। ਡਾਕਟਰ ਕੇਹਰ ਸਿੰਘ ਮੁਖੀ ਰਹੇ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਨੇ, ਔਰ ਸਿਆਸੀ ਮਾਹਰ ਵਜੋਂ ਜਾਣੇ ਜਾਂਦੇ ਨੇ। ਡਾਕਟਰ ਕੇਹਰ ਸਿੰਘ, ਪਹਿਲੀ ਟਿੱਪਣੀ ਤੁਹਾਡੀ। ਵਾਲੀਆ ਸਾਹਿਬ, ਤੁਸੀਂ ਬਹੁਤ ਹੀ ਗੰਭੀਰ ਮਸਲਾ ਜਿਹੜਾ ਹੈ ਉਹ ਅਕਾਲੀ ਦਲ ਦੀ ਹੋਣੀ ਔਰ ਪੰਜਾਬ ਦੀ ਹੋਣੀ ਨਾਲ ਜੁੜਿਆ ਹੋਇਆ ਮਸਲਾ ਤੁਸੀਂ ਅੱਜ ਜੋ ਵਿਚਾਰ ਰਹੇ ਹੋ, ਇਹ ਬਹੁਤ ਗੰਭੀਰ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹਦਾ ਕੋਈ ਜ਼ਾਹਰਾ ਤੌਰ ਤੇ ਜੇ ਕਹੀਏ ਕਿ ਹੱਲ ਨਜ਼ਰ ਆਉਂਦਾ, ਉਹ ਤੇ ਹੈ ਨਹੀਂਗਾ। ਜਿਸ ਸਥਿਤੀ ਵਿੱਚ ਇਸ ਵੇਲੇ ਅਕਾਲੀ ਦਲ ਹੈ, ਉਹ ਨਗਾਰ ਦੀ ਸਥਿਤੀ ਵਿੱਚ ਹੈ, ਮਾਯੂਸੀ ਦੀ ਸਥਿਤੀ ਵਿੱਚ ਹੈ। ਆਮ ਕਾਡਰ ਦਾ ਭਰੋਸਾ ਲੀਡਰਸ਼ਿਪ ਵਿੱਚ ਨਹੀਂ ਰਿਹਾ, ਔਰ ਲੀਡਰਸ਼ਿਪ ਆਮ ਤੌਰ ਤੇ ਉਹ ਹੀ ਪ੍ਰਵਾਨ ਹੁੰਦੀ ਹੈ ਜਿਹੜੀ ਜਿੱਤ ਦੇ ਆਸਾਰ ਬਣਾ ਸਕੇ, ਔਰ ਜਿਨ੍ਹਾਂ ਦਾ ਪੱਲੂ ਫੜ ਕੇ ਜਿਹੜਾ ਕਾਡਰ ਹੈ ਉਹ ਤਾਕਤ ਦੀਆਂ ਪੌੜੀਆਂ ਚੜ੍ਹ ਸਕਣ ਦੀ ਸੰਭਾਵਨਾ ਰੱਖਦਾ ਹੋਵੇ। ਸੋ ਜਦੋਂ ਇੱਕ ਪੋਲੀਟੀਕਲ ਸੈਟਅਪ ਜਿਹੜੀ ਮਸ਼ੀਨਰੀ ਹੈ ਔਰ ਲੀਡਰਸ਼ਿਪ ਹੈ ਉਹ ਇਸ ਵੇਲੇ ਡਿਲੀਵਰ ਨਹੀਂ ਕਰ ਰਹੀ, ਤਾਂ ਉਹ ਮਾਯੂਸੀ ਦਾ ਆਲਮ ਤੇ ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਬਿਲਕੁਲ ਬਾਖੂਬੀ ਕਿਹਾ। ਔਰ ਇਹੋ ਜੀ ਓਰੀਜਨਲ ਪਾਰਟੀ ਦੀ ਲੋੜ ਵੀ ਜਿਹੜੀ ਹੈ, ਇਹਦੇ ਬਾਰੇ ਦੋ ਰਾਵਾਂ ਨਹੀਂ। ਹੁਣ ਸਮੱਸਿਆ ਇਹ ਹੈ ਕਿ ਇਸ ਸਥਿਤੀ ਚੋਂ ਅਕਾਲੀ ਦਲ ਨਿਕਲੇ ਕਿਵੇਂ। ਉਹਦੇ ਵਾਸਤੇ ਦੋ ਤਿੰਨ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਕਿ ਮੁਸ਼ਕਲਾਂ ਆ ਰਹੀਆਂ, ਜਿਨ੍ਹਾਂ ਨੂੰ ਹੱਲ ਕਰਨਾ ਫੌਰੀ ਉਹਦਾ ਹੱਲ ਕੋਈ ਨਜ਼ਰ ਨਹੀਂ ਆ ਰਿਹਾ। ਸਮਾਂ ਜਿਹੜਾ ਹੈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਹਾਲਾਤ ਸਾਜ਼ਗਾਰ ਹੋਣ ਔਰ ਉਹਦੇ ਮੁਤਾਬਕ ਨਵੇਂ ਪੈਂਤੜੇ ਉਲੀਕੇ ਜਾਣ, ਜਿਹਦੇ ਨਾਲ ਮੁੜ ਕੇ ਇਹ ਦੀ ਸੁਰਜੀਤੀ ਹੋ ਸਕੇ। ਉਹ ਸਮੱਸਿਆਵਾਂ ਦੋ ਤਿੰਨ ਵਾਲੀਆ ਸਾਹਿਬ ਇਹ ਹੈ। ਪਹਿਲੀ ਗੱਲ ਤੇ ਇਹ ਹੈ ਕਿ ਪੰਜਾਬ ਦੀ ਹੁਣ ਡੈਮੋਗ੍ਰਾਫੀ, ਜਿਸ ਨੂੰ ਆਪਾਂ ਕਹਿੰਦੇ ਆ ਲੋਕ ਆਧਾਰ, ਕਿਸੇ ਵੀ ਪਾਰਟੀ ਜਿਹੜੀ ਹੁੰਦੀ ਹੈ, ਉਹ ਜਿੰਨਾ ਚਿਰ ਉਹਦਾ ਲੋਕ ਆਧਾਰ ਮਜ਼ਬੂਤ ਨਹੀਂ ਹੁੰਦਾ, ਉਹਨਾਂ ਚਿਰ ਉਹਦੀ ਸਿਆਸੀ ਤਾਕਤ ਜਿਹੜੀ ਹੈ ਉਹ ਕਮਜ਼ੋਰ ਹੋਣੀ ਲਾਜ਼ਮੀ ਹੁੰਦੀ ਹੈ। ਅਕਾਲੀ ਦਲ ਦਾ ਜਿਹੜਾ ਹੁਣ ਸਿਆਸੀ ਆਧਾਰ ਸੀ, ਉਹ ਸੀ ਬੇਸਿਕਲੀ ਪੰਜਾਬੀ, ਸਿੱਖ ਤੇ ਕਿਰਸਾਨੀ ਮੁੱਖ ਤੌਰ ਤੇ। ਹੁਣ ਕਿਰਸਾਨੀ ਜਿਹੜੀ ਹੈ ਉਹ ਕਿਉਂਕਿ ਕੇਂਦਰ ਦੇ ਨਾਲ
ਬੀਜੇਪੀ ਨਾਲ ਅਦਾਵਤ ਚੱਲ ਰਹੀ ਹੈ, ਬਹੁਤ ਵੱਡਾ ਅੜਿੱਕਾ ਚੱਲ ਰਿਹਾ ਹੈ। ਆਪਾਂ ਨੂੰ ਪਤਾ ਖੇਤੀ ਸਮਰਥਨ ਮੁੱਲਾਂ ਦਾ, ਤੇ ਉਹ ਹੁਣ ਅਕਾਲੀ ਦਲ ਜੇ ਨੇੜਤਾ ਬੀਜੇਪੀ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਨੂੰ ਰਾਸ ਨਹੀਂ ਆਉਂਦੀ। ਇਹਦੀ ਮਕਬੂਲੀਅਤ ਜਿਹੜੀ ਹੈ ਉੱਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਅਕਾਲੀ ਦਲ ਦੀਆਂ ਸਮੱਸਿਆਵਾਂ ਇਸ ਵੇਲੇ ਕੀ ਹਨ? ਜਿੱਥੋਂ ਤੱਕ ਸਿੱਖ ਮਾਨਸਿਕਤਾ ਦੀ ਗੱਲ ਹੈ, ਸਿੱਖ ਮਾਨਸਿਕਤਾ ਦਾ ਕਾਫੀ ਹਿੱਸਾ ਜ਼ੋਰਦਾਰ, ਜਿਹਨੂੰ ਆਪਾਂ ਵੋਕਲ ਹਿੱਸਾ ਕਹਿੰਦੇ ਹਾਂ, ਉਹ ਅਜਿਹਾ ਹੈ ਜਿਹੜਾ ਕਿ ਖਾੜਕੂ ਸਫਾਂ ਦੇ ਵਿੱਚ ਵਿਚਰਦਾ ਹੈਗਾ। ਉਹ ਹੁਣ ਖਾੜਕੂ ਸਫਾਂ ਦੇ ਵਿੱਚ ਵਿਚਰਨ ਵਾਲਾ ਜਿਹੜਾ ਸਿੱਖ ਮਾਨਸਿਕਤਾ ਹੈ ਉਹਨੂੰ ਕਿਵੇਂ ਟੈਕਲ ਕੀਤਾ, ਜਿਸ ਨੂੰ ਤੁਸੀਂ ਪੰਥਕ ਏਜੰਡੇ ਦੀ ਗੱਲ ਕਰਦੇ ਹੋ। ਇਹ ਅਕਾਲੀ ਦਲ ਵਾਸਤੇ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ, ਕਿਉਂਕਿ ਅਕਾਲੀ ਦਲ ਨੇ ਸੰਵਿਧਾਨਕ ਫਰੇਮਵਰਕ ਦੇ ਵਿੱਚ ਕੰਮ ਕਰਨਾ ਹੈ ਔਰ ਤਾਕਤ ਉਹਦੇ ਵਿੱਚ ਹੀ ਹਥਿਆਉਣੀ ਹੈ। ਜੇ ਇਹ ਇਸ ਫਰੇਮਵਰਕ 'ਚ ਵਿਚਰਨਾ ਚਾਹੁੰਦਾ ਹੈ ਤਾਂ ਜਿਹੜੇ ਉਹ ਅਨਸਰ ਹਨ ਜਿਹੜੇ ਹੋਰ ਤਰ੍ਹਾਂ ਦੀ ਸੋਚ ਰੱਖਦੇ ਹੈ, ਉਹਨਾਂ ਨੂੰ ਨਾਲ ਲੈ ਕੇ ਅਕਾਲੀ ਦਲ ਵਾਸਤੇ ਤੁਰਨਾ ਬੜਾ ਔਖਾ ਹੈ। ਤੀਸਰੀ ਗੱਲ ਵਾਲੀਆ ਸਾਹਿਬ ਜਿਹੜੀ ਹੈ, ਉਹ ਇਹ ਹੈ ਕਿ ਪੰਜਾਬੀ ਏਜੰਡੇ ਨੂੰ ਜਿਹੜਾ ਹੈਗਾ ਉਹ ਸਾਰੀਆਂ ਹੀ ਪਾਰਟੀਆਂ ਇਹਨੇ ਵੇ ਉਹਨੂੰ ਚੈਂਪੀਅਨ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਬੀਜੇਪੀ ਵੀ ਹੋਵੇ। ਇਹ ਯਾਨੀ ਕਿ ਤੁਸੀਂ ਦੇਖੋ ਜ਼ਾਹਰਾ ਤੌਰ ਤੇ ਇਹ ਪੰਜਾਬੀ ਮੰਗਾਂ ਜਿਹੜੀਆਂ ਹੁਣ ਰੀਜਨਲ ਮੰਗਾਂ ਜਿਸ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਕਾਲੀ ਦਲ ਸਿਰਫ ਰੀਜਨਲ ਮੰਗਾਂ ਤੇ ਕੇਂਦਰਿਤ ਕਰੇ ਤਾਂ ਉਹਦੇ ਵਿੱਚ ਵੀ ਹੁਣ ਸਮੱਸਿਆ ਲਾ ਪਾ ਕੇ ਇਹ ਆ ਜਾਂਦੀ ਹੈ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਉਹ ਵੀ ਪੰਜਾਬੀ ਏਜੰਡੇ ਨੂੰ ਉਹਨਾਂ ਨੇ ਆਪਣਾ ਮੁੱਖ ਏਜੰਡੇ ਦਾ ਹਿੱਸਾ ਬਣਾ ਲਿਆ ਹੋਇਆ। ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈ ਤੇ ਕਾਂਗਰਸ ਦੇ ਵਿੱਚ ਵੀ ਇਹ ਬਹੁਤ ਜ਼ਾਹਰਾ ਤੌਰ ਤੇ ਹੈਗਾ, ਹਾਲਾਂਕਿ ਬੀਜੇਪੀ ਵਿੱਚ ਜ਼ਾਹਰਾ ਤੌਰ ਤੇ ਨਹੀਂ, ਪਰ ਉਹ ਬੀਜੇਪੀ ਨੇ ਆਪਣਾ ਜਿਹੜਾ ਸੋਸ਼ਲ ਆਧਾਰ ਹੈ ਉਹ ਨਵਾਂ ਪੰਜਾਬ ਦੇ ਵਿੱਚ ਸਿਰਜਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਔਰ ਕਾਫੀ ਵੱਡੇ ਪੈਮਾਨੇ ਤੇ ਉਹ ਆਪਣੇ ਆਪ ਨੂੰ ਵਿਸਤ੍ਰਿਤ ਕਰ ਰਹੇ ਹੋਏ। ਹੁਣ ਇਹ ਸਿਨਾਰੀਓ ਹੈ ਵਾਲੀਆ ਸਾਹਿਬ ਆਪਣੇ ਸਾਹਮਣੇ। ਇਹ ਸਿਨਾਰੀਓ ਦੇ ਵਿੱਚ ਅਕਾਲੀ ਦਲ ਦੇ ਕੋਲ ਵੇ ਆਊਟ ਕੀ ਰਹਿੰਦਾ? ਜਿੱਥੋਂ ਤੱਕ ਤੁਸੀਂ ਲੀਡਰਸ਼ਿਪ ਦੀ ਚੇਂਜ ਦੀ ਗੱਲ ਕਰਦੇ ਹੋ, ਮੇਰੇ ਮੁਤਾਬਕ ਇਹ ਹੱਲ ਨਹੀਂ ਹੈ। ਇਹ ਗੱਲ ਜਦੋਂ ਕੀਤੀ ਜਾਂਦੀ ਹੈ ਬਾਗੀ ਸੁਰਾਂ ਜ਼ਰੂਰ ਹੁੰਦੀਆਂ, ਪਰ ਇਹ ਹੱਲ ਨਹੀਂ ਹੈ, ਕਿਉਂਕਿ ਇਹਦੇ ਨਾਲ ਅਕਾਲੀ ਦਲ ਦਾ ਜਿਹੜਾ ਹੈ ਛਵੀ ਸੁਧਰਨ ਦੀ ਸੰਭਾਵਨਾ, ਜੇ ਕਹੀਏ ਕਿ ਇਹ ਸਿਰਫ ਬਾਦਲਾਂ ਕਰਕੇ ਹੀ ਹੋਇਆ ਹੈ, ਇਹ ਮੈਨੂੰ ਪਾਰਸ਼ਲੀ ਟਰੂ ਲੱਗਦਾ ਹੈ। ਇਹ ਪੂਰਾ ਸੱਚ ਨਹੀਂ ਹੈ। ਇਹ ਲੀਡਰਸ਼ਿਪ ਜਿਹੜੀ ਹੈਗੀ, ਜੇ ਆਪਾਂ ਸਾਰਾ ਭਾਂਡਾ ਬਾਦਲਾਂ ਦੇ ਸਿਰ ਤੇ ਭੰਨ ਦਿੰਦੇ ਹਾਂ ਕਿ ਪਰਿਵਾਰਕ ਪੋਲਿਟਿਕਸ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹ ਪੂਰਾ ਸੱਚ ਨਹੀਂ ਹੈ, ਇਹ ਅਧੂਰਾ ਸੱਚ ਹੈ। ਹੋਰ ਫੈਕਟਰ ਬਹੁਤ ਹੈਗੇ ਹੈ ਜਿਹੜੇ ਫੈਕਟਰਸ ਨੂੰ ਆਪਾਂ ਨੂੰ ਐਡਰੈਸ ਕਰਨਾ ਪੈਣਾ ਹੈ। ਸੋ ਇਸ ਕਰਕੇ ਡਾਕਟਰ ਕੇਰ ਸਿੰਘ ਜੀ, ਜਿਹੜੇ ਹੋਰ ਫੈਕਟਰਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਵੀ ਇੰਪੋਰਟੈਂਟ ਨੇ, ਲੇਕਿਨ ਇਹ ਕਾਫੀ ਇੰਪੋਰਟੈਂਟ ਇਸ ਕਰਕੇ ਹੈ ਕਿ ਇੱਕ ਵਕਤ ਜਦੋਂ ਆਇਆ ਤੇ ਬਹੁਤ ਵੱਡਾ ਇਲਜ਼ਾਮ ਜਿਹੜਾ ਪਰਿਵਾਰਵਾਦ ਦਾ ਲੱਗਿਆ। ਫਿਰ ਜਦੋਂ ਸਿਧਾਂਤਾਂ ਤੋਂ ਤੁਸੀਂ ਲਾਂਭੇ ਹੁੰਦੇ ਹੋ ਤੇ ਪਾਰਟੀ ਦਾ ਫਿਰ ਵੱਡਾ ਨੁਕਸਾਨ ਹੋਇਆ। ਹੋਰ ਕਿਹੜੇ ਫੈਕਟਰ ਨੇ ਜਿਹੜੇ ਡਾਕਟਰ ਕੇਰ ਸਿੰਘ ਜਿਨ੍ਹਾਂ ਬਾਰੇ ਸੰਕੇਤ ਦੇ ਰਹੇ ਨੇ, ਇਹ ਤੇ ਵੀ ਗੱਲ ਆਪਾਂ ਕਰਨੀ ਹੈ। ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਦੇ ਬਾਰੇ ਕੀ ਸੋਚਦੀਆਂ ਨੇ ਸਮੇਤ ਸ਼੍ਰੋਮਣੀ ਅਕਾਲੀ ਦਲ, ਉਹ ਵੀ ਆਪਾਂ ਗੱਲ ਕਰਾਂਗੇ। ਲੇਕਿਨ ਪਹਿਲਾਂ ਲਵਾਂਗੇ ਇੱਕ ਬ੍ਰੇਕ ਤੋਂ ਬਾਅਦ ਮਿਲਾਂਗੇ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਿਆਰੇ ਦਰਸ਼ਕੋ, ਜਿਵੇਂ ਮੈਂ ਸ਼ੁਰੂ 'ਚ ਦੱਸਿਆ ਸੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਹੈ, ਜਿਸ ਵੇਲੇ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਸ ਵੇਲੇ ਮੀਟਿੰਗ ਚੱਲ ਰਹੀ ਸੀ
ਤੇ ਹੁਣ ਜਦੋਂ ਅਸੀਂ ਬ੍ਰੇਕ ਤੇ ਗਏ ਤਾਂ ਉਸ ਵੇਲੇ ਜਿਹੜੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਉਹ ਬਰੀਫ ਕਰ ਰਹੇ ਸੀ ਕਿ ਅੱਜ ਕਮੇਟੀ ਦੇ ਵਿੱਚ ਕੀ ਡਿਸਕਸ ਹੋਇਆ। ਭੁੰਦੜ ਸਾਹਿਬ ਦੇ ਮੁਤਾਬਕ ਇਹ ਹੋਇਆ ਕਿ ਜਿਹੜੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਸੀ ਸਮੀਖਿਆ ਕਰਨ ਲਈ, ਉਹ ਤਕਰੀਬਨ ਸਾਰੇ ਹਲਕਿਆਂ 'ਚ ਗਈ। ਉਹਨਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ, ਲੋਕਾਂ ਤੋਂ ਉਹਨਾਂ ਨੇ ਫੀਡਬੈਕ ਲਈ ਤਾਂ ਕਿ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਤੇ ਭੁੰਦੜ ਸਾਹਿਬ ਨੇ ਕਾਫੀ ਜ਼ਿਆਦਾ ਜ਼ੋਰ ਇਹ ਲਾਇਆ ਕਿ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ। ਸ਼ਲਾਘਾ ਕੀਤੀ ਗਈ ਪਹਿਲਾਂ ਤਾਂ ਇਸ ਕਮੇਟੀ ਦੀ, ਬੜੀ ਮਿਹਨਤ ਕੀਤੀ, ਫਿਰ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਜਿਹੜੇ ਕੌਮ ਦੇ ਬੁੱਧੀਜੀਵੀ ਨੇ, ਹੋਰ ਬਹੁਤ ਸਾਰੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਜਿਹੜੇ ਹੈ ਮੁੜ ਸਰਜੀਤੀ ਦੇ ਜਿਹੜੇ ਕੁਝ ਨੁਕਤੇ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ। ਜਿਵੇਂ ਅਸੀਂ ਪੱਤਰਕਾਰੀ ਦੀ ਬੋਲੀ 'ਚ ਕਹਿੰਦੇ ਆ, ਗੱਲ ਗੌਰ ਕੀਤੀ, ਅੱਲੇ ਪੱਲੇ ਕੁਛ ਨਹੀਂ ਪਾਇਆ। ਪਰ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਕਿ ਨੈਗੇਟਿਵ ਨਿਊਜ਼ ਜਿਹੜੀ ਉਹਨੂੰ ਜ਼ਿਆਦਾ ਮੀਡੀਆ ਹਾਈਲਾਈਟ ਕਰਦਾ ਹੈ। ਅਸੀਂ ਤਾਂ ਪਹਿਲਾਂ ਹੀ ਕਿਹਾ ਕਿ ਕੁਰਬਾਨੀਆਂ ਵਾਲੀ ਇਹ ਪਾਰਟੀ ਹੈ ਔਰ ਪੰਜਾਬ ਚਾਹੁੰਦਾ ਕਿ ਇਹ ਪਾਰਟੀ ਜਿਉਂਦੀ ਰਹੇ, ਲੇਕਿਨ ਕਿਸ ਕਿਸਮ ਦੇ ਲੋਕਾਂ ਨੇ ਗੱਲ ਕੀਤੀ, ਹੋਰ ਬਹੁਤ ਸਾਰੀਆਂ ਗੱਲਾਂ ਵੀ ਬਾਹਰ ਆਉਣਗੀਆਂ। ਹਾਲੇ ਇਕਬਾਲ ਸਿੰਘ ਝੁੰਦਾ ਜਿਹੜੇ ਦੇ ਚੇਅਰਮੈਨ ਨੇ, ਉਹਨਾਂ ਨੂੰ ਪ੍ਰੈਸ ਸਵਾਲ ਜਿਹੜੀ ਹੈ ਕਰ ਰਹੀ ਹੈ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਤੇ ਅਸੀਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਸਾਡੇ ਨਾਲ ਨੇ ਬਲਰਾਜ ਸਿੰਘ ਭੱਠਲ, ਉਹਨਾਂ ਦੀ ਟਿੱਪਣੀ ਲੈ ਕੇ ਫਿਰ ਜਾਵਾਂਗੇ ਬਾਕੀ ਹੋਰ ਨੁਮਾਇੰਦਿਆਂ ਕੋਲ। ਹਾਂਜੀ ਭੱਠਲ ਸਾਹਿਬ, ਕੀ ਕਹੋਗੇ? ਦੇਖੋ ਸਰ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਵੇਂ ਡਾਕਟਰ ਸਾਹਿਬ ਨੇ ਇਸ ਗੱਲ ਦਾ ਵੇਰਵਾ ਪਾਇਆ ਕਿ ਆਪਾਂ ਸਾਰੇ ਜਾਣਦੇ ਕਿ ਪੰਜਾਬ ਨੂੰ ਖੇਤਰੀ ਪਾਰਟੀ ਇੱਕ ਹੋਣੀ ਬਹੁਤ ਜ਼ਰੂਰੀ ਹੈ। ਤੇ ਜੇ ਅਕਾਲੀ ਦਲ ਦਾ ਇਤਿਹਾਸ ਦੇਖੀਏ ਤਾਂ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਆਇਆ ਤੇ ਲੜ ਰਿਹਾ ਤੇ ਲੜਦਾ ਰਹੇਗਾ। ਅਕਾਲੀ ਦਲ ਦੇ ਕੀਤੇ ਕੰਮ ਬੋਲਦੇ ਨੇ ਪੰਜਾਬ ਦੇ ਵਿੱਚ, ਅਕਾਲੀ ਦਲ ਦੀ ਕੀਤੀ ਡਿਵੈਲਪਮੈਂਟ ਬੋਲਦੀ ਹੈ। ਜਦੋਂ ਜੇ ਲੌਂਗ ਸਟੋਰੀ ਸ਼ਾਰਟ ਆਪਾਂ ਕੱਟਣ ਦੀ ਗੱਲ ਕਰੀਏ ਤਾਂ ਜਿਹੜੀਆਂ ਕੁਝ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਜਿਨ੍ਹਾਂ ਦੇ ਨਾਲ ਅਕਾਲੀ ਦਲ ਦਾ ਹਮੇਸ਼ਾ ਤੋਂ ਹੀ ਵਿਰੋਧ ਰਿਹਾ, ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਝੂਠ ਹੀ ਇੰਨਾ ਪ੍ਰਚਾਰ ਕੀਤਾ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਬਦਲਾਅ ਦੇ ਨਾਂ ਤੇ ਗੁੰਮਰਾਹ ਕੀਤਾ ਗਿਆ। ਤੇ ਠੀਕ ਆ, ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਬਿਲਕੁਲ ਠੀਕ ਆ ਕਿ ਇਸ ਵੇਲੇ ਅਕਾਲੀ ਦਲ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਤੇ ਅਕਾਲੀ ਦਲ ਨੂੰ ਮਿਹਨਤ ਕਰਕੇ ਦੁਬਾਰਾ ਖੜਾ ਹੋਣ ਦੀ ਲੋੜ ਹੈ। ਪਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੇ ਕੋਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਖਤਮ ਕਰ ਸਕਦਾ। ਲੋਕ ਪੰਜਾਬੀਆਂ ਦੇ ਦਿਲ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਕੱਢ ਸਕਦਾ। ਦੇਖੋ, ਇਹ ਇੱਕ ਹਿਊਮਨ ਨੇਚਰ ਆ। ਜਦੋਂ ਕੋਈ ਵੀ ਇਨਸਾਨ, ਆਪਣੇ ਇਨਸਾਨ ਦੀ ਗੱਲ ਕਰੀਏ, ਪਾਰਟੀ ਦੀ ਗੱਲ ਕਰੀਏ, ਜਦੋਂ ਕੋਈ ਵੀ ਪਾਰਟੀ, ਕੋਈ ਵੀ ਇਨਸਾਨ ਆਪਣੇ ਮਾੜੇ ਦੌਰ ਤੋਂ ਨਿਕਲ ਰਿਹਾ ਹੁੰਦਾ ਤਾਂ ਉਹਨੂੰ ਸਲਾਹਾਂ ਦੇਣ ਵਾਲੇ ਬੜੇ ਆ ਜਾਂਦੇ ਆ। ਖਾਸ ਤੌਰ ਤੇ ਵਿਰੋਧੀਆਂ ਦੀਆਂ ਟਿੱਪਣੀਆਂ ਬਹੁਤ ਹੋਣ ਲੱਗ ਜਾਂਦੀਆਂ। ਤੇ ਜੇ ਕੋਈ ਪਰਿਵਾਰ ਦਾ ਜੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ, ਇਹਦੇ 'ਚ ਜਦੋਂ ਕੋਈ ਜੀ ਆਪਣੀ ਰਾਏ ਰੱਖਦਾ ਤਾਂ ਕਿਸੇ ਦੀ ਰਾਏ ਕਿਸੇ ਨਾਲ ਸਹਿਮਤ ਹੁੰਦੀ ਹੈ, ਕਿਸੇ ਦੀ ਰਾਏ ਦੂਜੇ ਦੇ ਨਾਲ ਨਹੀਂ ਸਹਿਮਤ ਹੁੰਦੀ ਤਾਂ ਉਸ ਨੂੰ ਆਪਣੇ ਬਾਪਾ ਬਾਗੀ ਸੁਰਾ ਨਹੀਂ ਕਹਿ ਸਕਦੇ। ਕਿਉਂਕਿ ਜਦੋਂ ਸਭ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਖੜਾ ਹੋਣ ਦੇ ਲਈ ਮਿਹਨਤ ਕਰਨ ਦੀ ਲੋੜ ਆ ਤੇ ਹਰ ਇੱਕ ਵਰਕਰ, ਹਰ ਇੱਕ ਲੀਡਰ ਸਾਹਿਬਾਨ ਇਹ ਚਾਹੁੰਦੇ ਆ ਕਿ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਤਕੜਾ ਹੋਵੇ, ਕਿਉਂਕਿ ਪੰਜਾਬ ਨੂੰ ਇੱਕ ਤਕੜੀ ਖੇਤਰੀ ਪਾਰਟੀ ਦੀ ਬਹੁਤ ਜ਼ਿਆਦਾ ਲੋੜ ਹੈ। ਤੇ ਜਦੋਂ ਇਹ ਸੰਭਾਵਨਾ, ਇਹ ਚੀਜ਼ ਆਪਾਂ ਨੂੰ ਦਿਖਦੀ ਹੈ ਤੇ ਉਦੋਂ ਹਰ ਇੱਕ ਬੰਦਾ ਆਪਣੀ ਰਾਏ ਸਾਂਝੀ ਕਰਦਾ। ਭੱਠਲ ਸਾਹਿਬ, ਗੱਲ ਇਹ ਨਹੀਂ ਹੈ, ਸਵਾਲ ਤਾਂ ਇਹ ਹੈ, ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਹੁਣ ਭੁੰਦੜ ਸਾਹਿਬ ਨੇ ਵੀ ਕਹੀਆਂ ਨੇ ਜਿਹੜੇ ਤੁਸੀਂ ਕਹਿ ਰਹੇ ਹੋ। ਗੱਲ ਤਾਂ ਇਹ ਹੈ ਜਿਹੜੀ ਝੁੰਦਾ ਕਮੇਟੀ ਦੇ ਵਿੱਚ ਕੁਝ ਗਲਤੀਆਂ, ਜਿਹੜੀਆਂ ਸਿਧਾਂਤਕ ਗਲਤ ਫੈਸਲੇ ਲਏ ਗਏ, ਉਹਨਾਂ ਦਾ ਮਤਲਬ ਤਾਂ ਉਦੋਂ ਹੈ ਕਿ ਜਦੋਂ ਗੁਰਮੀਤ ਰਾਮ ਭਰੀਖ ਨੂੰ ਮਾਫੀ ਦਿੱਤੀ ਗਈ ਤੇ ਉਸ ਤੋਂ ਬਾਅਦ ਮਾਫੀ ਵਾਪਸ ਲੈਣ ਦੀ ਗੱਲ, ਗੁਰਦੁਆਰਾ ਕਮੇਟੀ ਦੇ 90 ਲੱਖ ਰੁਪਏ ਜਿਹੜੇ ਹੈ ਮਾਫੀ ਨੂੰ ਜਸਟੀਫਾਈ ਕਰਨ ਦੀ ਗੱਲ, ਤੇ ਉਸ ਤੋਂ ਬਾਅਦ ਹੋਰ ਇਹੋ ਜਿਹੇ ਫੈਸਲਿਆਂ ਤੇ ਕੀ ਕਿਹਾ ਲੋਕਾਂ ਨੇ, ਇਹ ਤੇ ਜਿਹੜੀ ਵਿਚਾਰ ਹੋਣੀ ਸੀ। ਗੱਲ ਲੋਕਾਂ ਦਾ ਇਹ ਖਿਆਲ ਹੈ ਕਿ ਉਹ ਕਿਉਂ ਹੋਇਆ, ਉਹਦੇ ਨਾਲ ਨੁਕਸਾਨ ਹੋਇਆ, ਇਹ ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ। ਮੈਂ ਇਸ ਗੱਲ ਤੋਂ ਬਿਲਕੁਲ ਨਹੀਂ ਮੁੱਕਰਦਾ। ਦੇਖੋ ਸਰ, ਸ਼੍ਰੋਮਣੀ ਅਕਾਲੀ ਦਲ 1920 ਦੀ ਹੋਣੀ ਚਾਹੀਏ, ਉਦੋਂ ਦੀ ਪੰਜਾਬ 'ਚ ਸੇਵਾ ਕਰ ਰਹੀ ਹੈ। ਜਦੋਂ ਇੱਕ ਸਿਆਸੀ ਪਾਰਟੀ, ਕਈ ਉਹਨੂੰ ਲੋਕਾਂ ਦੇ ਹੱਕਾਂ ਦੇ ਨਾਲ ਨਾਲ ਕਈ ਵਾਰੀ ਸਿਆਸੀ ਤੌਰ ਤੇ ਵੀ ਸੋਚਣਾ ਪੈਂਦਾ ਤੇ ਕਈ ਵਾਰੀ ਕੰਮ ਕਰਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਤੇ ਜੇ ਤੁਸੀਂ ਇੰਨੇ ਲੰਮੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਇੱਕ ਪਾਸੇ ਰੱਖ ਲਈਏ, ਪੰਜਾਬ ਦੇ ਹੱਕਾਂ ਦੇ ਨਾਲ ਹੱਕਾਂ ਦੇ ਲਈ ਲੜੀਆਂ ਲੜਾਈਆਂ ਨੂੰ ਇੱਕ ਪਾਸੇ ਰੱਖ ਲਈਏ ਤੇ ਉਹਦੇ ਵਿਰੁੱਧ ਜੇ ਕੋਈ ਚੰਦ ਗਲਤੀਆਂ ਹੋ ਗਈਆਂ, ਉਹਨਾਂ ਨੂੰ ਹੱਥ ਬੰਨ੍ਹ ਕੇ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਤੇ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰਦੇ ਹਾਂ
ਕਿਉਂਕਿ ਮਨ ਦੇ ਵਿੱਚ ਇੱਕ ਪੰਜਾਬ ਦਾ ਸੋਚ ਇੱਕੋ ਹੀ ਆ ਕਿ ਪੰਜਾਬ ਦੀ ਸੇਵਾ ਚੰਗੀ ਤਰੀਕੇ ਨਾਲ ਕਿਵੇਂ ਕਰ ਸਕਦੇ ਆ, ਪੰਜਾਬ ਨੂੰ ਡਿਵੈਲਪਮੈਂਟ ਕਿਵੇਂ ਪੰਜਾਬ ਦੀ ਕਰ ਸਕਦੇ ਆ। ਜੇ ਕੋਈ ਗਲਤੀਆਂ ਹੋਈਆਂ ਨੇ ਉਹਨਾਂ ਦੀ ਉਸੇ ਕਰਕੇ ਕਮੇਟੀ ਬਣੀ। ਭੱਠਲ ਸਾਹਿਬ, ਜਿਹੜਾ ਏਜੰਡਾ ਹੈ ਪੰਜਾਬੀ ਏਜੰਡੇ ਤੇ ਜਾਣਾ, ਉਸ ਤੋਂ ਬਾਅਦ ਹੁਣ ਦੁਬਾਰਾ ਪੰਥਕ ਏਜੰਡੇ ਵੱਲ ਮੁੜਨਾ, ਬਹੁਤ ਸਾਰੇ ਸਵਾਲ ਨੇ। ਮੈਂ ਦੁਬਾਰਾ ਆਉਣਾ, ਜਿਵੇਂ ਤੁਸੀਂ ਕਿਹਾ ਵਿਰੋਧੀਆਂ ਦੀਆਂ ਟਿੱਪਣੀਆਂ ਵੀ ਤਾਂ ਲੈਣੀਆਂ ਜ਼ਰੂਰੀ ਨੇ। ਸਹਿਜਪਾਲ ਸਿੰਘ ਬਰਾੜ ਸਾਹਿਬ, ਕਾਂਗਰਸ ਪਾਰਟੀ, ਕੀ ਕਹੋਗੇ? ਜੀ ਵਾਲੀਆ ਸਾਹਿਬ, ਅੱਜ ਬੜਾ ਇੱਕ ਤੁਸੀਂ ਮੈਂ ਸਮਝਦਾ ਬੜਾ ਹੀ ਇੱਕ ਮੀਨਿੰਗਫੁਲ ਮੁੱਦਾ ਰੱਖਿਆ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦੇ ਲਈ। ਔਰ ਮੇਰਾ ਸੋਚਣਾ ਇਹ ਹੈ ਕਿ ਪਾਰਟੀ ਕੋਈ ਵੀ ਕਦੇ ਮਾੜੀ ਨਹੀਂ ਹੁੰਦੀ, ਚਾਹੇ ਉਹ ਸਾਡੀ ਆਪਦੀ ਕਾਂਗਰਸ ਪਾਰਟੀ ਹੋਵੇ ਜਾਂ ਕੋਈ ਹੋਰ ਤੀਜੀ ਸਾਡੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਪਾਰਟੀ ਹੋਵੇ। ਗੱਲ ਕੀ ਹੈ ਕਿ ਪਾਰਟੀਆਂ ਦੇ ਕੁਝ ਨੇਤਾਗਣ ਲੋਕ ਹੁੰਦੇ ਆ ਜਿਹੜੇ ਪਾਰਟੀਆਂ ਨੂੰ ਕਿਸੇ ਗਲਤ ਤਰੀਕੇ ਨਾਲ ਚਲਾ ਜਾਂਦੇ ਆ, ਗਲਤ ਫੈਸਲੇ ਲੈ ਜਾਂਦੇ ਆ। ਪਰ ਮੇਰਾ ਮੰਨਣਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਦੋਂ ਤੋਂ ਮਾੜਾ ਬਣ ਗਿਆ, ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਬੈਕ ਗੇਅਰ ਜਿਹੜਾ ਸੀਗਾ ਉਹ ਪੈ ਗਿਆ, ਜਿੱਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਨਾਲ ਇੱਕ ਵੱਖਰਾ ਪਿੱਛੇ ਬੱਬਾ ਲੱਗ ਗਿਆ, ਸ਼੍ਰੋਮਣੀ ਅਕਾਲੀ ਦਲ ਬਾਦਲ। ਔਰ ਇਹ ਮੇਰਾ ਨਹੀਂ ਕਹਿਣਾ, ਇਹ ਚਾਹੇ ਆਪਾਂ ਜਗਮੀਤ ਸਿੰਘ ਬਰਾੜ ਜੀ ਦੀ ਆਪਾਂ ਪਿਛਲੀ ਉਹਨਾਂ ਦੀ ਆਪਾਂ ਵਿਚਾਰ ਸੁਣ ਲਈਏ, ਚਾਹੇ ਮਨਪ੍ਰੀਤ ਸਿੰਘ ਯਾਲੀ ਜੀ ਨੇ ਵੀ ਇਹ ਗੱਲ ਕਹੀ ਹੈ। ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਹੈ ਕਿ ਸਾਡੀ ਪਾਰਟੀ ਮਾੜੀ ਨਹੀਂ ਸੀ, ਸਾਡਾ ਨਾਮ ਪ੍ਰਧਾਨ ਮਾੜਾ ਸੀ ਉਸ ਸਮੇਂ, ਸਾਨੂੰ ਸਾਡੀ ਜਿਹੜੀ 10 ਸਾਲ ਲਗਾਤਾਰ ਪਿਛਲੀ ਸਰਕਾਰ ਆਈ, ਜਦੋਂ ਦੂਜੀ ਜਿਹੜੀ ਸਰਕਾਰ ਆਉਂਦੀ ਹੈ ਸਾਨੂੰ ਸਾਡਾ ਰਾਜ ਭੋਗ ਮਾਰ ਗਿਆ। ਪਰ ਅੱਜ ਵੀ ਹੈ, ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਵਾਲੀਆ ਸਾਹਿਬ, ਮੈਨੂੰ ਖੁਸ਼ੀ ਹੋਈ ਤੁਹਾਡੀ ਗੱਲ ਸੁਣ ਕੇ। ਤੁਸੀਂ ਕਿਹਾ ਕਿ ਜਿਹੜੀ ਅੱਜ ਮੀਟਿੰਗ ਹੋਈ ਹੈ, ਪਰ ਅਸੀਂ ਇੱਕ ਆਪਦੇ ਪੱਤਰਕਾਰ ਲਹਿਜੇ ਨਾਲ ਦੱਸ ਸਕਦੇ ਹਾਂ ਕਿ ਮੀਟਿੰਗ ਹੋਈ ਪਰ ਨਿਬੜਿਆ ਵਿੱਚ ਕੁਝ ਵੀ ਨਹੀਂ, ਰੌਲ ਗਦੌਲ ਹੋ ਗਿਆ। ਉਹ ਕੁਝ ਹੀ ਹੋਇਆ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅਜਿਹਾ ਸਮਾਂ ਆ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਜਿਹੜੇ ਐਮਐਲਏ ਉਹ ਸਕੂਟਰ ਤੇ ਵੀ ਪਹੁੰਚ ਸਕਦੇ ਆ, ਐਡਾ ਮਾੜਾ ਸਮਾਂ ਆ ਗਿਆ। ਪਰ ਰੌਲਾ ਕੀ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਦੇ ਆਪ 'ਚ ਕੁਝ ਸੋਚਣ ਦੀ ਲੋੜ ਹੈ। ਚਾਹੇ ਆਪਾਂ ਡੇਰੇ ਵਾਲੇ ਕੇਸ ਤੇ ਸੌਦਾ ਸਾਹਿਬ ਨੂੰ ਕਾਫੀ ਗੱਲ ਕਰ ਲਈਏ, ਜਾਂ ਆਪਾਂ ਕਿਸੇ ਵੀ ਪਾਸੇ ਆਪਾਂ ਦੇਖੀਏ। ਜੀ, ਸ਼ਾਇਦ ਬਰਾੜ ਸਾਹਿਬ ਤੁਹਾਡਾ ਇੰਟਰਨੈਟ ਦੀ ਪ੍ਰੋਬਲਮ ਆ ਗਈ, ਤੁਹਾਡੇ ਸੰਪਰਕ ਟੁੱਟ ਗਿਆ। ਡਾਕਟਰ ਸੁਰਿੰਦਰ ਕੰਵਲ, ਭਾਰਤੀ ਜਨਤਾ ਪਾਰਟੀ, ਤੁਸੀਂ ਕੀ ਕਹੋਗੇ? ਸੁਰਿੰਦਰ ਕੰਵਲ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮੇਰਾ ਖਿਆਲ ਹੈ ਕਿ ਜਿਹੜੀ ਹੈ ਜਿਸ ਕਿਸਮ ਦੀ ਸਮੱਸਿਆ ਇੰਟਰਨੈਟ ਦੀ ਬਰਾੜ ਸਾਹਿਬ ਵੀ ਆਈ ਹੈ ਤੇ ਉਸ ਤਰ੍ਹਾਂ ਦੀ ਸੁਰਿੰਦਰ ਕੰਵਲ ਦੀ ਵੀ। ਬਰਾੜ ਸਾਹਿਬ, ਜੇ ਤੁਹਾਡੀ ਆਵਾਜ਼ ਆ ਗਈ ਤਾਂ ਗੱਲ ਪੂਰੀ ਕਰ ਸਕਦੇ ਹੋ। ਜੀ ਜੀ ਵਾਲੀਆ ਸਾਹਿਬ, ਆਵਾਜ਼ ਆ ਰਹੀ ਜੀ ਮੇਰੀ? ਹਾਂਜੀ ਆ ਰਹੀ ਹੈ, ਗੱਲ ਕਰੋ ਪੂਰੀ ਆਪਣੇ। ਹਾਂਜੀ ਵਾਲੀਆ ਸਾਹਿਬ, ਗੱਲ ਇਹ ਸੀ, ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਅੱਜ ਅਜਿਹਾ ਮਾੜਾ ਸਮਾਂ ਆ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਕਿ ਇਹਨਾਂ ਨੂੰ ਵਿਧਾਨ ਸਭਾ ਜੇ ਸਾਰੇ ਲੀਡਰਾਂ ਨੇ ਇਕੱਠੇ ਪਹੁੰਚਣਾ ਹੋਵੇ, ਮੈਂ ਗੱਲ ਮਜ਼ਾਕ ਦੀ ਨਹੀਂ ਕਰ ਰਿਹਾ, ਇਹ ਗੱਲ ਸੱਚਾਈ ਬਣ ਚੁੱਕੀ ਹੈ ਅੱਜ ਦੀ, ਕਿ ਜੇ ਇਹਨਾਂ ਲੀਡਰਾਂ ਨੇ ਵਿਧਾਨ ਸਭਾ 'ਚ ਪਹੁੰਚਣਾ ਹੋਵੇ ਤਾਂ ਸਕੂਟਰ ਤੇ ਪਹੁੰਚ ਸਕਦੇ ਆ। ਪਰ ਗੱਲ ਕੀ ਹੈ, ਮੈਂ ਤੁਹਾਡੀ ਗੱਲ ਨੂੰ ਫਿਰ ਰਿਪੀਟ ਕਰ ਰਿਹਾ, ਸ਼ਾਇਦ ਮੈਨੂੰ ਯਾਦ ਨਹੀਂ ਕਿ ਮੇਰੀ ਗੱਲ ਤੁਹਾਡੀ ਡਿਬੇਟ ਦੇ ਵਿੱਚ ਚੱਲ ਗਈ ਸੀ ਕਿ ਤੁਸੀਂ ਪੱਤਰਕਾਰੀ ਲਹਿਜੇ ਨਾਲ ਕਿਹਾ ਕਿ ਹੋਇਆ ਇਹੀ ਕਿ ਹੋਇਆ ਤਾਂ ਅੱਜ ਬਹੁਤ ਕੁਝ ਮੀਟਿੰਗ ਵੀ ਹੋਈ ਪਰ ਫੈਸਲੇ ਦੇ ਵਿੱਚ ਜਿਹੜਾ ਆ ਕੁਝ ਵੀ ਨਹੀਂ ਨਿਬੜਿਆ। ਪਰ ਰੌਲਾ ਇਹ ਹੈ ਕਿ ਅੱਜ ਸਾਰਾ ਪੰਜਾਬ, ਚਾਹੇ ਕਾਂਗਰਸ ਦੇ ਤੁਸੀਂ ਗੱਲ ਕਰ ਲਓ, ਕਾਂਗਰਸ ਦੇ ਲੀਡਰਾਂ ਦੀ ਗੱਲ ਕਰ ਲਓ, ਵਰਕਰਾਂ ਦੀ ਗੱਲ ਕਰ ਲਓ, ਚਾਹੇ ਆਮ ਆਦਮੀ ਪਾਰਟੀ ਦੇ ਹਰੇਕ ਖੁੰਡ ਚਰਚਾ ਗੱਲ ਹੁੰਦੀ ਹੈ ਕਿ ਯਾਰ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ੀ ਪਾਰਟੀ ਸੀ। ਜੀ ਚਲੋ, ਖੈਰ ਤੁਸੀਂ ਆਪਣੀ ਗੱਲ ਕੀਤੀ। ਭੱਠਲ ਸਾਹਿਬ ਨੇ ਕੁਝ ਨੁਕਤੇ ਜਿਹੜੇ ਉਠਾਏ ਨੇ ਵੀ ਅਸੀਂ ਕਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਹਰ ਇੱਕ ਬੰਦਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਤਾਂ ਚਾਹੁੰਦਾ ਹੀ ਆ, ਬਾਕੀ ਵੀ ਚਾਹੁੰਦੇ ਨੇ ਪੰਜਾਬੀ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੁਰਜੀਤ ਹੋਵੇ। ਡਾਕਟਰ ਕੇਰ ਸਿੰਘ ਜੀ, ਕੀ ਲੱਗਦਾ ਜੋ ਭੁੱਦਰ ਸਾਹਿਬ ਨੂੰ ਤੁਸੀਂ ਵੀ ਸੁਣਿਆ ਜਦੋਂ ਆਪਾਂ ਮੀਟਿੰਗ ਤੇ ਗਏ ਸੀ, ਕਿ ਨਿਕਲਿਆ ਕੁਛ ਅੱਜ ਦੀ ਮੀਟਿੰਗ 'ਚੋਂ ਨਜ਼ਰ ਆਉਂਦਾ ਹੈ? ਨਿਵਾਲੀਆ ਸਾਹਿਬ, ਉਹ ਜੋ ਆਪਾਂ ਨੇ ਸੁਣਿਆ ਉਹਦੇ 'ਚ ਤਾਂ ਜੋ ਜਿਸ ਤਰ੍ਹਾਂ ਤੁਸੀਂ ਕਿਹਾ ਉਹੀ ਨਿਕਲਿਆ ਕਿ ਗੱਲ ਨੂੰ ਪੋਸਟਪੋਨ ਕਰ ਦਿੱਤਾ ਗਿਆ, ਅਜੇ ਜਿਹਨੂੰ ਕਹੀਏ ਕਿ ਠੰਡੇ ਬਸਤੇ ਵਿੱਚ ਵੀ ਅਜੇ ਇਸ ਨੂੰ ਹੋਰ ਵਿਚਾਰ ਲਿਆ ਜਾਏ ਤੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦੇ ਦਿੱਤੇ ਗਏ। ਤੇ ਇਹਦਾ ਮਤਲਬ ਇਹੀ ਹੈ ਕਿ ਪ੍ਰਧਾਨ ਸਾਹਿਬ ਨੂੰ ਹੀ ਕੇਂਦਰ ਬਿੰਦੂ ਮੰਨ ਕੇ ਤੇ ਉਹਨਾਂ ਦੇ ਆਲੇ ਦੁਆਲੇ ਅਕਾਲੀ ਦਲ ਨੂੰ ਹੀ ਚਲਾਉਣ ਦੀ ਅਜੇ ਕਵਾਇਦ ਕੀਤੀ ਜਾਏਗੀ।
ਇਹਦੇ ਵਿੱਚੋਂ ਤੇ ਇਹੀ ਨਜ਼ਰ ਆਉਂਦਾ ਹੈ ਕਿ ਮੁੱਖ ਮੰਗ ਜਿਹੜੀ ਵਿਰੋਧੀਆਂ ਦੀ ਸੀ ਕਿ ਅਕਾਲੀ ਦਲ ਤਾਂ ਹੀ ਸੁਰਜੀਤ ਹੋ ਸਕਦਾ ਹੈ। ਆਮ ਤੌਰ ਤੇ ਕਈ ਸੱਜਣ ਕਹਿੰਦੇ ਆ ਕਿ ਅਕਾਲੀ ਦਲ ਬਚਾਇਆ ਜਾ ਸਕਦਾ ਜਾਂ ਬਾਦਲ ਪਰਿਵਾਰ ਬਚਾਇਆ ਜਾ ਸਕਦਾ, ਦੋਨਾਂ ਚੋਂ ਇੱਕ ਹੀ ਬਚ ਸਕਦਾ। ਪਰ ਜੋ ਅੱਜ ਫੈਸਲਾ ਹੋਇਆ ਹੈ ਉਹਦੇ ਵਿੱਚ ਇਹ ਗੱਲ, ਇਹ ਵਿਚਾਰਧਾਰਾ ਜਾਂ ਇਹ ਮਾਨਸਿਕਤਾ ਪ੍ਰਵਾਨ ਨਹੀਂ ਹੋਈ। ਇਹੀ ਲੱਗਦਾ ਹੈ ਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਵਿੱਚ ਹੀ ਰਹੇਗੀ ਔਰ ਜੋ ਕਰੈਕਟਿਵ ਮੇਜਰ ਹੋਣਗੇ ਉਹ ਜ਼ਰੂਰ ਲੈ ਜਾਣਗੇ। ਔਰ ਮੈਂ ਨਿੱਜੀ ਤੌਰ ਤੇ ਵੀ ਇਹ ਸਮਝਦਾ, ਜਿਸ ਤਰ੍ਹਾਂ ਪਹਿਲਾਂ ਵੀ ਵਾਲੀਆ ਸਾਹਿਬ ਅਰਜ਼ ਕਰ ਰਿਹਾ ਸੀਗਾ, ਕਿ ਜੇ ਆਪਾਂ ਕਹੀਏ ਕਿ ਸਿਰਫ ਤੇ ਸਿਰਫ ਸੁਖਬੀਰ ਬਾਦਲ ਔਰ ਉਹਨਾਂ ਦੀਆਂ ਨੀਤੀਆਂ ਕਰਕੇ ਜਾਂ ਪਰਿਵਾਰ ਕਰਕੇ ਹੋਇਆ, ਇਹ ਮੈਨੂੰ ਲੱਗਦਾ ਹੁੰਦਾ ਕਿ ਇਹ ਇੱਕ ਕੇਂਦਰ ਗੱਲ ਆ ਜਾਂਦੀ ਹੁੰਦੀ ਹੈ ਕਿ ਲੀਡਰਸ਼ਿਪ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਪਰ ਇਹਨੂੰ ਆਪਾਂ ਕਹੀਏ ਕਿ ਜਦੋਂ ਉਹ ਜੇਤੂ ਸੀਗੇ, ਆਫਟਰ ਆਲ ਉਹਦੇ ਨਾਂ ਤੇ ਵੋਟਾਂ ਪੈਂਦੀਆਂ ਸੀ, ਜਿੱਤਦੇ ਸੀ, ਤੇ ਜਿਹੜਾ ਹੁਣ ਉਹਦਾ ਕਾਡਰ ਹੈ ਸਾਰਾ, ਉਹ ਕਾਡਰ ਤੇ ਸਾਰਾ ਉਹਨਾਂ ਦਾ ਬਣਾਇਆ ਹੋਇਆ ਨਾ। ਕਾਡਰ ਕਿਵੇਂ ਉਹਨਾਂ ਦੇ ਖਿਲਾਫ ਖੜਾ ਹੋਊਗਾ? ਮਤਲਬ ਹੋ ਸਕਦਾ ਕਿ ਜਿੰਨੀਆਂ ਆਵਾਜ਼ਾਂ ਤੁਸੀਂ ਕਹਿੰਦੇ ਉੱਠਦੀਆਂ ਉਹ ਮਾਈਨੋਰਿਟੀ ਵਿੱਚ ਰਹਿਣਗੀਆਂ। ਸੋ ਜਿੱਥੋਂ ਤੱਕ ਅਕਾਲੀ ਦਲ ਦਾ ਢਾਂਚਾ ਹੈ, ਉਸ ਅਕਾਲੀ ਦਲ ਦੇ ਢਾਂਚੇ ਵਿੱਚ ਸੁਖਬੀਰ ਬਾਦਲ ਹੋਣਾ ਦਾ ਉਹ ਪ੍ਰਭੂਤਵ ਬਣਿਆ ਰਹਿਣਾ ਹੈ। ਮੈਨੂੰ ਇਉਂ ਲੱਗਦਾ ਉਹ ਨਹੀਂ ਟੁੱਟਣਾ। ਸਮੱਸਿਆ ਲਾ ਪਾ ਕੇ ਇਹ ਹੈ ਕਿ ਜੇ ਅਕਾਲੀ ਦਲ ਨੇ ਮਕਬੂਲ ਹੋਣਾ ਲੋਕ ਮਾਨਸਿਕਤਾ ਦੇ ਵਿੱਚ ਔਰ ਖਾਸ ਕਰਕੇ ਆਪਣੇ ਸਪੋਰਟ ਬੇਸ ਵਿੱਚ, ਤਾਂ ਇਹਨਾਂ ਨੂੰ ਆਪਣੀ ਕੋਰਸ ਕਰੈਕਸ਼ਨ ਜ਼ਰੂਰ ਕਰਨੀ ਪੈਣੀ ਹੈ। ਜੇ ਇਦਾਂ ਹੀ ਇਹਨਾਂ ਨੇ ਚੱਲਣਾ ਤੇ ਫਿਰ ਬਦਤਰ ਸਥਿਤੀ ਹੋ ਜਾਣੀ ਹੈ ਤੇ ਫਿਰ ਕਾਡਰ ਵੀ ਇਹਨਾਂ ਦੇ ਖਿਲਾਫ ਹੋ ਜਾਏਗਾ, ਜਿਹੜਾ ਕਾਡਰ ਅਜੇ ਇਹਨਾਂ ਦੇ ਖਿਲਾਫ ਉਸ ਪੱਧਰ ਤੇ ਬਗਾਵਤ ਨਹੀਂ ਕਰ ਰਿਹਾ। ਉਹ ਮੈਨੂੰ ਲੱਗਦਾ ਹੈ ਕਿ ਇਹ ਹੁਣ ਮੌਕਾ ਹੈ ਇੱਕ ਫਿਰ ਲੀਡਰਸ਼ਿਪ ਨੂੰ ਕਿ ਆਪਣੀ ਕੋਰਸ ਕਰੈਕਸ਼ਨ ਕਰਨ। ਔਰ ਕੋਰਸ ਕਰੈਕਸ਼ਨ ਲਈ ਮੈਨੂੰ ਲੱਗਦਾ ਇਹ ਹੈ ਕਿ ਜਿਹੜੇ ਸੁਝਾਅ ਦਿੱਤੇ ਗਏ ਹੈ ਉਹ ਵੀ ਜ਼ਰੂਰੀ ਹੈਗੇ ਹੈ, ਪਰ ਆਪਣਾ ਬੇਸ ਜਿਹੜਾ ਹੈ ਅਕਾਲੀ ਦਲ ਦਾ ਜੋ ਸਪੋਰਟ ਬੇਸ ਹੈ ਉਹਨੂੰ ਮੁੜ ਕੇ ਸੁਰਜੀਤ ਕਿਵੇਂ ਕਰਨਾ ਹੈ, ਉਹ ਕਾਡਰ ਨੂੰ ਉਤਸ਼ਾਹਿਤ ਕਿਵੇਂ ਕਰਨਾ ਹੈ, ਜਿਹੜੇ ਰੁੱਸੇ ਹੋਏ ਆ ਉਹਨਾਂ ਨੂੰ ਨਾਲ ਕਿਵੇਂ ਤੋੜਨਾ ਹੈਗਾ, ਔਰ ਲੋਕਾਂ ਦੇ ਵਿੱਚ ਇਹ ਭਰੋਸਾ ਕਿਵੇਂ ਸਥਾਪਿਤ ਕਰਨਾ ਹੈ ਕਿ ਅਕਾਲੀ ਦਲ ਸਹੀ ਮਾਨਿਆਂ ਵਿੱਚ ਇਸ ਖਿੱਤੇ ਦੀਆਂ ਲੋੜਾਂ ਵਾਸਤੇ ਬਹੁਤ ਲਾਜ਼ਮੀ ਪਾਰਟੀ ਹੈ, ਕਿ ਇਹਦੇ ਬਿਨਾ ਇਸ ਖਿੱਤੇ ਦਾ ਸਰਨਾ ਨਹੀਂਗਾ। ਇਹ ਗੱਲ ਜਿੰਨਾ ਚਿਰ ਨਹੀਂ ਇਹ ਜਚਾਈ ਜਾ ਸਕਦੀ ਔਰ ਅਕਾਲੀ ਦਲ ਇਹ ਗੱਲ ਸੈੱਲ ਨਹੀਂ ਕਰ ਸਕਦਾ, ਉਹਨਾਂ ਚਿਰ ਅਕਾਲੀ ਦਲ ਦੀ ਸਾਰਥਕਤਾ ਬਣਨੀ ਨਹੀਂ ਮੁੜ ਕੇ ਦੁਬਾਰਾ ਵਾਲੀਆ ਸਾਹਿਬ। ਸੋ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਨੰਬਰ 1 ਤਾਂ ਇਹ ਸੱਚੇ ਦਿਲੋਂ ਇਹਨਾਂ ਨੂੰ ਪਛਤਾਤਾਪ ਕਰਨਾ ਚਾਹੀਦਾ ਹੈ। ਸਮੁੱਚੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਸਾਡੇ ਵਿਧੀ ਵਿਧਾਨ ਬਣੇ ਹੋਏ ਆ, ਜੋ ਸਾਡੀਆਂ ਰਵਾਇਤਾਂ ਹੈਗੀਆਂ, ਕਿ ਉਹ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੀ ਬਿਲਕੁਲ ਮਾਫੀ ਮੰਗਣ, ਪੰਥ ਤੋਂ ਮਾਫੀ ਮੰਗਣ, ਪੰਜਾਬ ਤੋਂ ਮਾਫੀ ਮੰਗਣ, ਇਸ ਰੀਜਨ ਤੋਂ, ਆਪਣੇ ਸਪੋਰਟ ਬੇਸ ਤੋਂ, ਕਿ ਸਾਡੇ ਕੋਲੋਂ ਗਲਤੀਆਂ ਹੋਈਆਂ, ਆਪਣੀਆਂ ਗਲਤੀਆਂ ਦੀ ਬਿਲਕੁਲ ਮਾਫੀ ਮੰਗਣ। ਮੈਂ ਸਮਝਦਾ ਕਿ ਲੋਕ ਬੜੇ ਫਰਾਖ ਦਿਲ ਹੁੰਦੇ ਆ, ਜਦੋਂ ਸੱਚੇ ਦਿਲੋਂ ਕੋਈ ਮਾਫੀ ਮੰਗਦਾ ਹੈ ਤਾਂ ਉਹ ਪ੍ਰਵਾਨ ਕਰ ਲੈਂਦੇ ਆ। ਸੋ ਸੱਚੇ ਦਿਲੋਂ ਇਹ ਮਾਫੀ ਮੰਗਣ ਤੇ ਨਾਲ ਦੀ ਨਾਲ ਹੀ ਇਹ ਕਹਿਣ ਕਿ ਅਸੀਂ ਮੁੜ ਕੇ ਇਸ ਪਾਰਟੀ ਨੂੰ ਸੁਰਜੀਤ ਕਰਨ ਵਾਸਤੇ ਅਸੀਂ ਢਾਂਚਾ ਨਵਾਂ ਖੜਾ ਕਰਨਾ ਚਾਹੁੰਦੇ ਹਾਂ। ਨਵੀਂ ਜਿਹੜੀ ਹੈਗੀ ਆ ਰਿਕਰੂਟਮੈਂਟ ਜਿਹੜੀ ਹੈ ਕਾਡਰ, ਇਹ ਖੋਲਣ, ਨਵੇਂ ਬੰਦਿਆਂ ਨੂੰ ਸ਼ਾਮਲ ਕਰਨ ਔਰ ਸਹੀ ਮਾਨਿਆਂ ਵਿੱਚ ਜਿਹਨੂੰ ਆਪਾਂ ਇਨਰ ਡੈਮੋਕ੍ਰੇਸੀ ਕਹਿੰਦੇ ਆ, ਇਹ ਨਹੀਂ ਹੈ ਕਿ ਉੱਪਰੋਂ ਜੋ ਬਾਦਲ ਸਾਹਿਬ ਨੇ ਕਿਹਾ ਉਹ ਜਥੇਦਾਰ ਬਣ ਗਏ, ਜੋ ਇਸ ਵੇਲੇ ਦੀ ਸਥਿਤੀ ਹੈਗੀ ਹੈ। ਸੋ ਨਵੇਂ ਸਿਰੇ ਤੋਂ ਜਿਹੜੇ ਆਮ ਲੋਕ ਹਨ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਂਦਾ ਜਾਏ, ਜਿਨ੍ਹਾਂ ਦੀ ਲੋਕਾਂ ਦੇ ਵਿੱਚ ਸਾਖ ਹੈ, ਉਹਨਾਂ ਵਾਸਤੇ ਅਕਾਲੀ ਦਲ ਦੇ ਬੂਹੇ ਖੋਲੇ ਜਾਣ ਔਰ ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਏ। ਜਿੰਨਾ ਚਿਰ ਇਹ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਲੋਕਾਂ 'ਚ ਮਕਬੂਲੀਅਤ ਨਹੀਂ ਹੋਣੀ। ਸੋ ਇਹ ਦੋ ਗੱਲਾਂ ਜਿਹੜੀਆਂ, ਪਹਿਲੀ ਡਾਕਟਰ ਸਾਹਿਬ ਜਿਹੜੀ ਅੱਜ ਭੁੰਦੜ ਸਾਹਿਬ ਨੇ ਤਾਂ ਇਹੀ ਕਿਹਾ ਕਿ ਅਸੀਂ ਬੁੱਧੀਜੀਵੀਆਂ ਦੇ ਸੁਜੈਸ਼ਨ ਲਵਾਂਗੇ ਤੇ ਅਸੀਂ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਸੁਜੈਸ਼ਨ ਉਹਨਾਂ ਨੂੰ ਦੇਤਾ, ਲੇਕਿਨ ਸਿਧਾਂਤਕ ਤੌਰ ਤੇ ਵੀ ਕੋਈ ਬੋਰਡ ਕੱਟਣ ਦੀ ਲੋੜ ਹੈ ਜਾਂ ਨਹੀਂ ਲੋੜ, ਇਹ ਤੇ ਵੀ ਆਪਾਂ ਗੱਲ ਕਰਾਂਗੇ। ਲੇਕਿਨ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਪਹਿਲਾਂ ਲਵਾਂਗੇ ਬ੍ਰੇਕ। ਚਰਚਾ
ਚਰਚਾ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਡਾਕਟਰ ਸੁਰਿੰਦਰ ਕਮਲ, ਭਾਰਤੀ ਜਨਤਾ ਪਾਰਟੀ। ਜੇ ਤੁਹਾਡੀ ਆਵਾਜ਼ ਆ ਗਈ ਤਾਂ ਤੁਸੀਂ ਆਪਣੀ ਟਿੱਪਣੀ ਕਰੋ। ਕਾਫੀ ਪਹਿਲਾਂ ਵੀ ਮੈਂ ਟਰਾਈ ਕੀਤੀ ਸੀ। जी शुक्रिया हरजिंदरपाल वालिया जी, मेरी आवाज जी आ रही है? ठीक है, ਹਾਂਜੀ ਹਾਂ, ਮੇਰੀ ਆਵਾਜ਼ ਗੱਲ ਕਰੋ। ਜੀ ਸਤਿ ਸ਼੍ਰੀ ਅਕਾਲ ਕੀਤਾ ਸਾਰਿਆਂ ਨੂੰ। ਬਿਲਕੁਲ ਮੈਂ ਵਿੱਚੋਂ ਕੱਟ ਹੋ ਗਈ ਸੀ, ਲੇਕਿਨ ਜਿਸ ਤਰ੍ਹਾਂ ਗੱਲ ਚੱਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਪਿਛਲੇ 5 ਸਾਲ ਦੀਆਂ ਟਰਮਾਂ ਦੇ ਵਿੱਚ ਲਗਾਤਾਰ ਬਾਬਾ ਬਾਦਲ ਸਾਹਿਬ ਦਾ ਰਾਜ ਹੋਣਾ, ਪੰਜਾਬ ਦੇ ਲਈ ਇੱਕ ਆਪਣੀ ਰਵਾਇਤੀ ਧਿਰ ਹੋਣੀ ਇੱਕ ਚੰਗੀ ਗੱਲ ਸੀਗੀ ਕਿ ਲੋਕ ਸੋਚਦੇ ਸੀਗੇ ਕਿ ਸਾਨੂੰ ਸੈਂਟਰ ਵੱਲ ਦੇਖਣ ਦੀ ਲੋੜ ਨਹੀਂ ਹੈ। ਜਿਵੇਂ ਹੁਣ ਮੁੜ ਸੁਰਜੀਤੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਬੇਸਿਕਲੀ ਉਹਨਾਂ ਦਾ ਅੰਦਰੂਨੀ ਮਾਮਲਾ ਵਾ ਕਿ ਉਹ ਕੀ ਕਰਦੇ ਨੇ, ਮੁੜ ਸੁਰਜੀਤੀ ਦੇ ਲਈ ਕਿਸ ਤਰ੍ਹਾਂ ਦੀਆਂ ਗੱਲਾਂ ਰੱਖਦੇ ਨੇ, ਜਾਂ ਉਹਨਾਂ ਨੇ ਜੋ ਵੀ ਪੰਜਾਬ ਦੇ ਵਿੱਚੋਂ ਸਾਰਾ ਕੁਝ ਲੈ ਕੇ ਤੁਰੇ ਨੇ। ਪਰ ਜਿਹੜਾ ਇੱਕ ਵੱਡੀ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ, ਜੇਕਰ ਅਸੀਂ ਬਾਹਰ ਇੱਕ ਪਾਰਟੀ ਬਾਹਰ ਕੰਮ ਕਰਦੀ ਆ, ਡੈਮੋਕ੍ਰੇਸੀ ਨੂੰ ਬਚਾਉਣ ਦੀ ਗੱਲ ਕਰਦੀ ਆ, ਤਾਂ ਪਾਰਟੀ ਦੇ ਅੰਦਰ ਦੀ ਜਿਹੜੀ ਡੈਮੋਕ੍ਰੇਸੀ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਮਾਇਨੇ ਰੱਖਦੀ ਆ। ਕਿਉਂਕਿ ਜਿਹੜਾ ਪਰਿਵਾਰਵਾਦ ਆ ਇਹ ਸਾਨੂੰ ਮੰਨਣ ਚੋਂ ਗਰੇਜ਼ ਨਹੀਂ ਕਰਨਾ ਚਾਹੀਦਾ ਕਿ ਜੇਕਰ ਅਸੀਂ ਕਾਂਗਰਸ ਦੀ ਗੱਲ ਵੀ ਕਰਦੇ ਆ ਸੈਂਟਰ ਲੈਵਲ ਦੇ ਉੱਤੇ ਵੀ, ਤੇ ਪਰਿਵਾਰਵਾਦ ਦੀ ਇੱਕ ਬੜੀ ਵੱਡੀ ਕੜੀ ਨੇ ਉਸ ਨੂੰ ਵੀ ਠੇਸ ਪਹੁੰਚਾਈ ਹੈ, ਜਿਹਦੇ ਕਰਕੇ ਜੇ ਅਸੀਂ ਕਹੀਏ ਕਿ ਸੈਂਟਰ ਲੈਵਲ ਤੋਂ, ਇੰਡੀਆ ਲੈਵਲ ਤੋਂ ਇੱਕ ਵਿਰੋਧੀ ਧਿਰ ਦਾ ਜਿਹੜਾ ਵਾ ਖਾਤਮਾ ਹੁੰਦਾ ਨਜ਼ਰ ਆਉਣ ਡਿਆ ਵਾ। ਤੇ ਜੇਕਰ ਵਿਰੋਧੀ ਧਿਰ ਸੱਤਾਧਾਰੀ ਧਿਰ ਦੇ ਮੁਕਾਬਲੇ ਤੇ ਨਹੀਂ ਹੁੰਦੀ ਤਾਂ ਉਹਦਾ ਨੁਕਸਾਨ ਵੀ ਇੱਕ ਲੋਕਤੰਤਰ ਨੂੰ ਭੁਗਤਣਾ ਪੈਂਦਾ ਵਾ। ਸੇਮ ਸਥਿਤੀ ਪੰਜਾਬ ਦੇ ਵਿੱਚ ਆ। ਜਦੋਂ ਪੰਜਾਬ ਦੇ ਵਿੱਚ ਬੇਸਿਕਲੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹੁਣ ਤੱਕ ਇਹੀ ਜ਼ੋਰ ਜਿਹੜੀ ਆ ਲੱਗਦੀ ਰਹੀ ਆ ਵੀ ਇਹਨਾਂ ਨੇ ਇੱਕ ਤਾਂ ਧਰਮ ਦੀ ਰਾਜਨੀਤੀ ਨੂੰ ਰਲਗੱਡ ਕੀਤਾ ਦੂਸਰੀ ਰਾਜਨੀਤੀ ਦੇ ਨਾਲ, ਤੇ ਦੂਸਰਾ ਜਿਹੜਾ ਪਰਿਵਾਰਵਾਦ ਦੀ ਰਾਜਨੀਤੀ ਸੀਗੀ ਉਹਨੂੰ ਬਹੁਤ ਵੱਡੀ ਜਿਹੜੀ ਆ ਉਹ ਮਤਲਬ ਪੰਜਾਬ ਦੀ ਡੈਮੋਕ੍ਰੇਸੀ ਨੂੰ ਇੱਕ ਢਾਹ ਲੱਗਦੀ ਨਜ਼ਰ ਆਈ, ਜਿਹਦੀ ਵਜ੍ਹਾ ਕਰਕੇ ਜਿੱਦਾਂ ਤੁਸੀਂ ਇੱਕ ਸਟਾਰਟਿੰਗ ਤੇ ਗੱਲ ਕੀਤੀ ਆ ਕਿ ਹਾਸ਼ੀਏ ਤੇ ਗਿਆ ਵਾ ਬੀਜੇਪੀ ਦੇ ਨਾਲ ਗੱਠਜੋੜ ਤੋਂ ਬਾਅਦ। ਤੁਸੀਂ ਸਟਾਰਟਿੰਗ ਦੇ ਉੱਤੇ ਜਦੋਂ ਤੁਸੀਂ ਆਪਣੀ ਫਸਟ ਟਿੱਪਣੀ ਰੱਖ ਰਹੇ ਸੀ ਉਦੋਂ ਤੁਸੀਂ ਇੱਕ ਗੱਲ ਕੀਤੀ, ਤੇ ਇਹ ਜਿਹੜੀ ਗੱਲ ਮੈਨੂੰ ਲੱਗਦਾ ਹੈ ਕਿ ਗਲਤ ਤੁਸੀਂ ਕੀਤੀ ਆ, ਕਿਉਂਕਿ ਜਦੋਂ ਵੀ ਕੋਈ ਸੱਤਾ ਧਿਰ ਬੈਠਦੀ ਆ ਆਪਣੀ ਕੁਰਸੀ ਦੇ ਪ੍ਰਤੀ ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਰਾਜਾਂ ਦੇ ਜਿਹੜੇ ਮੁੱਖ ਮੰਤਰੀ ਨੇ, ਅੱਜ ਤੁਸੀਂ ਭਗਵੰਤ ਮਾਨ ਸਾਹਿਬ ਦੀ ਜਦੋਂ ਤੁਸੀਂ ਗੱਲ ਕਰਦੇ ਆ ਤਾਂ ਭਗਵੰਤ ਸਾਹਿਬ ਆਪਣੀ ਕੁਰਸੀ ਤੇ ਬੈਠੇ ਨੇ, ਤਾਂ ਉਹਨਾਂ ਦੀ ਕੁਰਸੀ ਦੇ ਪ੍ਰਤੀ ਜਿਹੜੀ ਜਵਾਬਦੇਹੀ ਆ, ਤਾਂ ਜਾਂ ਆਪਣੇ ਆਕਾਵਾਂ ਦੇ ਪ੍ਰਤੀ ਜਵਾਬਦੇਹੀ ਆ ਜਾਂ ਸੈਂਟਰ ਦੇ ਪ੍ਰਤੀ ਜਿਹੜੀ ਜਵਾਬਦੇਹੀ ਆ, ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਸੈਗਮੈਂਟ ਦੇ ਵਿੱਚ ਰੱਖ ਕੇ ਵੇਖਦੇ ਆ। ਜੇਕਰ ਸ਼੍ਰੋਮਣੀ ਅਕਾਲੀ ਦਲ ਸੈਂਟਰ ਦੇ ਨਾਲ ਰਹੇ ਨੇ ਤੇ ਅੱਜ ਜੇਕਰ ਸੈਂਟਰ ਉਹਨਾਂ ਤੋਂ ਪਰੇ ਗਿਆ ਵਾ, ਤਾਂ ਅੱਜ ਸੈਂਟਰ ਤੋਂ ਅਲਾਦਾ ਹੋਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਆ, ਇਹ ਆਪਾਂ ਉਸ ਗੱਠਜੋੜ ਦੇ ਟੁੱਟਣ ਤੋਂ ਬਾਅਦ ਵੀ ਦੇਖ ਸਕਦੇ ਆ ਵੀ ਅੱਜ ਕਿਹੜੀ ਸਥਿਤੀ ਦੇ ਵਿੱਚ ਆ। ਤੋਂ ਸੈਂਟਰ ਤੋਂ ਪੰਜਾਬ ਨੂੰ ਵੱਖ ਕਰਕੇ ਜਿਹੜਾ ਅਸੀਂ ਪੰਜਾਬੀ ਵੇਖਦੇ ਆ, ਮੈਨੂੰ ਲੱਗਦਾ ਇੱਕ ਤੇ ਇਹ ਸਾਡੀ ਸਭ ਤੋਂ ਵੱਡੀ ਗੱਲ ਜਿਹੜੀ ਰਵਾਇਤ ਦੇ ਵਿੱਚ ਬਿਠਾ ਕੇ ਵੇਖੀ ਜਾਂਦੀ ਹੈ, ਸਭ ਤੋਂ ਵੱਡੀ ਗਲਤੀ ਆ। ਕਿਉਂਕਿ ਜੇਕਰ ਆਪਾਂ ਇੱਕ ਪੂਰੇ ਭਾਰਤ ਦੇ ਖਾਕੇ ਦੇ ਅੰਦਰ ਇੱਕ ਰਾਜ ਪੰਜਾਬ ਦੇ ਵਜੋਂ ਜਾਣੇ ਜਾਂਦੇ ਆ, ਤੇ ਸੈਂਟਰ ਦੇ ਨਾਲ ਸਾਡਾ ਰਿਸਪੈਕਟੇਬਲ ਰਿਸ਼ਤਾ ਹੋਣਾ ਚਾਹੀਦਾ ਵਾ, ਜਿਹੜਾ ਅਸੀਂ ਪਤਾ ਨਹੀਂ ਕਿਹੜੀਆਂ ਸੋਚਾਂ ਦੇ ਵਿੱਚ ਹੁੰਨੇ ਆ, ਤੇ ਉਸ ਚੀਜ਼ ਨੂੰ ਅਸੀਂ ਹਮੇਸ਼ਾ ਹੀ ਮੰਨਣ ਤੋਂ ਇਨਕਾਰ ਕਰਦੇ ਆ। ਸਾਡੇ ਸਾਰੇ ਹੀ ਲੈਵਲ ਦੇ ਲੋਕ, ਆਮ ਸਾਡਾ ਯੰਗ ਜਿਹੜਾ ਜਨਰੇਸ਼ਨ ਆ, ਦੂਸਰੀ ਜਿਹੜੀ ਸਾਡੀ ਦੂਸਰਾ ਲੈਵਲ ਆ ਜਾਂਦਾ ਵਾ, ਐਜੂਕੇਸ਼ਨਿਸਟ ਆ ਜਾਂਦੇ ਨੇ, ਤੀਸਰਾ ਬੁੱਧੀਜੀਵੀ ਅੱਗੋਂ ਉੱਤੇ ਆ ਜਾਂਦੇ ਨੇ। ਮਤਲਬ ਹਰ ਸੈਗਮੈਂਟ ਦੇ ਵਿੱਚ ਇੱਕ ਚੀਜ਼ ਨੋਟਿਸ ਦੇ ਵਿੱਚ ਆਈ ਆ ਕਿ ਜਦੋਂ ਸੈਂਟਰ ਇੱਕ ਸਾਡਾ ਧੁਰਾ ਵਾ, ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦੇ ਰਾਸ਼ਟਰਪਤੀ, ਅੱਜ ਤੁਸੀਂ ਦੇਖੋ ਦ੍ਰੋਪਦੀ ਮੁਰਮੂ ਜੀ ਜੇਕਰ ਆਉਂਦੇ ਨੇ ਤੇ ਸੁਖਬੀਰ ਬਾਦਲ ਸਾਹਿਬ ਦੀ ਪਾਰਟੀ ਦੇ ਤਿੰਨੇ ਨੁਮਾਇੰਦੇ ਜਿਹੜੇ ਨੇ, ਜਿਨ੍ਹਾਂ ਦੇ ਵਿੱਚੋਂ 2 ਵੋਟ ਪਾਉਂਦੇ ਨੇ, ਇੱਕ ਨੁਮਾਇੰਦਾ ਵੋਟ ਨਹੀਂ ਪਾਉਂਦਾ, ਬਿਕੋਜ਼ ਵੀ ਆਰ ਦਾ ਪਾਰਟ ਆਫ ਦੈਟ ਪ੍ਰੋਮੀਨੈਂਟ ਮਤਲਬ ਕੰਟਰੀ, ਕਿ ਜਿਹਦੇ ਵਿੱਚ ਸਾਨੂੰ ਉਹਦਾ ਹਿੱਸਾ ਬਣ ਕੇ ਚੱਲਣ ਦੀ ਲੋੜ ਆ। ਵਿਰੋਧ ਦੀਆਂ ਰਾਜਨੀਤੀਆਂ ਨੇ ਹੁਣ ਤੱਕ ਵੀ ਪੰਜਾਬ 'ਚ ਕੁਝ ਨਹੀਂ ਖੱਟਿਆ। ਤਾਂ ਜਿਹੜੀ ਗੱਲ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਮੈਨੂੰ ਲੱਗਦਾ ਕਿ ਉਹਨਾਂ ਦਾ ਅੰਦਰੂਨੀ ਮਸਲਾ ਵਾ, ਜਿਹੜੀਆਂ ਉਹਨਾਂ ਨੇ ਐਨਾਲਾਈਜ਼ ਕੀਤਾ। ਡਾਕਟਰ ਸਾਹਿਬ, ਤੁਸੀਂ ਸੁਰਿੰਦਰ ਠੀਕ ਗੱਲਾਂ ਕੀਤੀਆਂ ਨੇ ਕਿ ਸੈਂਟਰ ਨਾਲ ਰਿਲੇਸ਼ਨ ਠੀਕ ਹੋਣੇ ਚਾਹੀਦੇ ਨੇ, ਪਰ ਇੱਕ ਗੱਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨਾਲ ਜਦੋਂ ਸਾਂਝ ਪਾਉਣੀ ਕੋਈ ਮਾੜੀ ਗੱਲ ਨਹੀਂ, ਲੇਕਿਨ ਆਪਣੇ ਸਿਧਾਂਤਾਂ ਤੇ ਆਪਣੀਆਂ ਸ਼ਰਤਾਂ ਜਿਹੜੀਆਂ ਛੱਡਦੇ ਦੀਆਂ, ਸਿਧਾਂਤ ਛੱਡਦੇ ਨੇ। ਸਿਧਾਂਤ ਕਿਵੇਂ ਛੱਡੇ? ਕਿ ਉਹ ਪਾਰਟੀ ਆ ਜਿਹਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ,
ਜਿਹਨੇ ਸਟੇਟ ਆਟੋਨਮੀ ਦੀ ਗੱਲ ਕੀਤੀ। ਰਾਜਾਂ ਦੀ ਖੁਦਮੁਖਤਿਆਰੀ ਉਦੋਂ ਕਿੱਥੇ ਗਈ ਜਦੋਂ ਆਰਟੀਕਲ 370 ਖਤਮ ਹੋਦਾ। ਉਹ ਅਕਾਲੀ ਦਲ ਦਾ ਕੀ ਸਟੈਂਡ ਸੀ? ਜਦੋਂ ਇਹਨਾਂ ਨੇ ਕਿਸਾਨਾਂ ਦੇ ਮਸਲੇ ਤੇ ਕਾਨੂੰਨਾਂ ਨੂੰ ਕਿਹਾ ਇਹ ਠੀਕ ਨੇ ਤੇ ਕਿਸਾਨਾਂ ਨੇ ਜਦੋਂ ਬਾਹਰ ਮੋਰਚਾ ਲਾ ਲਿਆ ਤੇ ਫਿਰ ਵਾਪਸ ਲੈ ਲਿਆ। ਉਹੀ ਕਾਨੂੰਨ ਜਿਹੜੇ ਵਾਪਸ ਜਿਹੜੇ ਹੋ ਗਏ। ਉਦੋਂ ਵੱਡੇ ਬਾਦਲ ਸਾਹਿਬ ਵੀ ਕਾਨੂੰਨਾਂ ਦੇ ਹੱਕ 'ਚ ਬੋਲਦੇ ਸੀ। ਸੁਰਿੰਦਰ ਜੀ, ਮੈਂ ਜਿਹੜੀ ਗੱਲ ਕਰ ਰਿਹਾ ਉਹ ਇਹ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੀ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਧਾਂਤ ਛੱਡੇ, ਇਹ ਪਾਰਟੀ ਪੰਥਕ ਪਾਰਟੀ ਸੀ। ਜਦੋਂ ਤੁਸੀਂ ਇਹਨਾਂ ਦਾ ਇਤਿਹਾਸ, ਅਕਾਲੀ ਲਹਿਰ ਦਾ ਜਿਹੜਾ ਇਤਿਹਾਸ ਦੇਖੋਗੇ, ਸਾਡਾ ਪੰਜਾਬੀ ਦਾ ਪਹਿਲਾ ਜਿਹੜਾ ਡੇਲੀ ਪੇਪਰ ਮਾਸਟਰ ਤਾਰਾ ਸਿੰਘ ਦਾ ਪੇਪਰ ਵੀ ਉਹਦੇ 'ਚ ਆ ਗਿਆ ਸੀ। ਉਹ ਅਕਾਲੀ ਲਹਿਰ ਵੇਲੇ ਚੱਲਿਆ ਸੀ ਅਕਾਲੀ ਅਖਬਾਰ, ਤੇ ਉਹਦੇ ਹਾਲੇ ਵੀ ਪਈਆਂ ਨੇ ਕਾਪੀਆਂ, ਮੇਰੀ ਉਹ ਤੇ ਖੋਜ ਵੀ ਹੈ। ਔਰ ਉਹਦੇ 'ਚ ਸਾਰਾ ਕੁਝ ਸਪਸ਼ਟ ਹੈ ਕਿ ਇਹ ਪੰਥਕ ਪਾਰਟੀ ਸੀ, ਪੰਥਕ ਏਜੰਡੇ ਨੂੰ ਲੈ ਕੇ ਜਾਂਦੀ ਸੀ। ਜਦੋਂ ਇਹ ਪੰਜਾਬੀ ਪਾਰਟੀ ਬਣ ਗਈ, ਉਹ ਡਾਊਨਫਾਲ ਸ਼ੁਰੂ ਹੋ ਗਿਆ। ਖੈਰ, ਪੱਠਲ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਜ਼ਰੂਰ ਇਸ ਗੱਲ ਦੇ ਵਿੱਚ ਕੁਝ ਗੱਲਾਂ ਐਡ ਕਰਨੀਆਂ ਚਾਹੂੰਗਾ। ਪਹਿਲੀ ਗੱਲ ਤਾਂ ਇਹ ਕਿ ਮੇਰੇ ਵੀ ਕਾਂਗਰਸ ਦੀ ਆਪਣੇ ਰਿਪਰੈਜ਼ੈਂਟੇਟਿਵ ਕੋਈ ਗੱਲ ਪਰਸਨਲ ਨਹੀਂ ਹੈ। ਮੇਰਾ ਵੀ ਪਰਪਸ ਇੱਕ ਐਸੀ ਜਗ੍ਹਾ ਤੇ ਖੜੀ ਹੈ ਕਿ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਜਦੋਂ ਉਂਗਲ ਚੱਕਦੀ ਉਹ ਪ੍ਰੋਫੈਸਰ ਦੀ ਸਿਚੁਏਸ਼ਨ ਹੁੰਦੀ। ਕਾਂਗਰਸ ਇੱਕ ਉਹ ਪਾਰਟੀ ਹੈ ਜਿਸਨੇ ਗੁਰੂ ਘਰਾਂ ਦੇ ਹਮਲੇ ਕੀਤੇ, ਆਪਣੇ 30,000 ਦੇ ਕਰੀਬ ਸਿੱਖ ਨੌਜਵਾਨ ਪੰਜਾਬ 'ਚ ਸ਼ਹੀਦ ਕਰਤੇ। ਤੇ ਜੇ ਅੱਜ ਉਹ ਕਾਂਗਰਸ ਆ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਤਾਂ ਉਹ ਕਿਤੇ ਨਾ ਕਿਤੇ ਥੋੜੀ ਜਿਹੀ ਹਾਸੋਹੀਣੀ ਸਿਚੁਏਸ਼ਨ ਹੋ ਜਾਂਦੀ ਹੈ। ਤੇ ਜੇ ਆਪਾਂ ਅਕਾਲੀ ਦਲ ਦੀ ਦੁਬਾਰਾ ਸਟਰੈਂਥ 'ਚ ਆਉਣ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਕਿਤੇ ਨਾ ਕਿਤੇ ਸਰ ਇੱਕ ਬਹੁਤ ਵੱਡਾ ਪਾਰਟ ਪਲੇ ਕੀਤਾ ਕਿ ਜਦੋਂ ਵੱਡੇ ਬਾਦਲ ਸਾਹਿਬ ਉਹਨਾਂ ਦਾ ਸਮਾਂ ਸੀ, ਉਦੋਂ ਪੰਜਾਬ ਦੇ ਵਿੱਚ ਫੁੱਟ ਸੋਲਜਰਸ ਦੇ ਘਰ ਘਰ ਜਾ ਕੇ ਸਿਆਸਤ ਹੁੰਦੀ ਸੀ, ਘਰ ਘਰ ਜਾ ਕੇ ਲੋਕਾਂ ਦੇ ਮੁੱਦੇ ਹੱਲ ਕੀਤੇ ਜਾਂਦੇ ਸੀ। ਪਰ ਜਦੋਂ ਦੀ ਸੋਸ਼ਲ ਮੀਡੀਆ ਐਡ ਹੋ ਗਿਆ, ਉਧਰੋਂ ਤਾਂ ਸੋਸ਼ਲ ਮੀਡੀਆ ਐਡ ਹੋ ਗਿਆ, ਉਧਰੋਂ 2012 ਦੀ ਜਦੋਂ ਦੁਬਾਰਾ ਸਰਕਾਰ ਰਿਪੀਟ ਹੋਈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਬਣਦੇ ਨੇ, ਤਾਂ ਉਹਨਾਂ ਨੇ ਨਵੀਂ ਸੋਚ ਦੇ ਨਾਲ ਪੰਜਾਬ ਦੇ ਵਿੱਚ ਮਾਡਰਨਾਈਜ਼ ਤਰੀਕੇ ਦੇ ਨਾਲ ਇਨਫਰਾਸਟ੍ਰਕਚਰ ਖੜਾ ਕਰਨਾ ਸ਼ੁਰੂ ਕੀਤਾ। ਜਿਸ ਤਰ੍ਹਾਂ ਸੜਕਾਂ, ਏਅਰਪੋਰਟ ਬਣਾਏ, ਪਾਵਰ ਸਟੇਸ਼ਨ ਸੂਬਾ ਕੀਤਾ, ਲਾਈਟ ਬਣਾਏ, ਬੜੀ ਲੰਬੀ ਲਿਸਟ ਆ। ਉਹ ਸਾਰੀ ਕੋਈ ਇਨਫਰਾਸਟ੍ਰਕਚਰ ਖੜਾ ਹੁੰਦਾ ਤੇ ਉਹ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਰੜਕਣਾ ਜ਼ਰੂਰ ਸ਼ੁਰੂ ਹੋ ਗਿਆ ਵੀ ਜੇ ਇਸ ਤਰੀਕੇ ਨਾਲ ਅੱਜ ਤੱਕ ਜਦੋਂ ਪੰਜਾਬ 'ਚ ਨਹੀਂ ਤਰੱਕੀ ਨਹੀਂ ਹੋਈ, ਜੇ ਇਸ ਤਰੀਕੇ ਨਾਲ ਪੰਜਾਬ ਡਿਵੈਲਪ ਰਿਹਾ ਤਾਂ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਪੱਟਣਾ ਬੜਾ ਮੁਸ਼ਕਲ ਹੋ ਜਾਊਗਾ। ਉਹ ਸਾਰੇ ਸੋਸ਼ਲ ਮੀਡੀਆ ਦੇ ਥਰੂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੂੜ ਪ੍ਰਚਾਰ ਕਰਨਾ ਸ਼ੁਰੂ ਕੀਤਾ। ਜਦੋਂ ਕੂੜ ਪ੍ਰਚਾਰ ਆਮ ਆਦਮੀ ਪਾਰਟੀ ਨੇ ਪਹਿਲਾਂ ਸ਼ੁਰੂ ਕੀਤਾ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਉਸ ਗੱਲ ਨੂੰ ਪਛਾਣਨ 'ਚ ਥੋੜਾ ਜਿਹਾ ਲੇਟ ਹੋ ਗਿਆ। ਜਦ ਤੱਕ ਉਹ ਸ਼੍ਰੋਮਣੀ ਜਿਹੜਾ ਆਮ ਆਦਮੀ ਪਾਰਟੀ ਦਾ ਕੂੜ ਪ੍ਰਚਾਰ ਸੀ ਉਹ ਯੂਥ ਤੱਕ ਪਹੁੰਚ ਚੁੱਕਿਆ ਸੀ। ਉਸ ਤੋਂ ਬਾਅਦ ਕਾਂਗਰਸ ਨੂੰ ਪੰਜਾਬ ਦੇ ਸੋਸ਼ਲ ਤੁਸੀਂ ਮੀਡੀਆ ਤੇ ਜਿਹੜਾ ਇਲਜ਼ਾਮ ਲਾਉਣੇ ਹੋ ਪੱਠਲ ਸਾਹਿਬ, ਸੋਸ਼ਲ ਮੀਡੀਆ ਤਾਂ ਸਭ ਲਈ ਬਰਾਬਰ ਹੈ। ਰਹੀ ਗੱਲ ਸੋਸ਼ਲ ਮੀਡੀਆ ਤੇ ਉਹੀ ਗੱਲ ਆਉ ਨਾ ਜਿਹੜਾ ਅਕਾਲੀ ਦਲ ਕਰੂਗਾ। ਮੈਸੇਂਜਰ ਆਫ ਗੋਡ ਫਿਲਮ ਚਲਾਉਣੀ ਹੈ ਤੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣੀ ਹੈ ਔਰ ਮਾਫੀ ਫਿਰ ਜਸਟੀਫਾਈ ਕਰਨੀ ਹੈ। ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਨੇ ਤਾਂ ਉਦੋਂ ਕੀਤੀਆਂ ਜੋ ਅਕਾਲੀ ਦਲ ਨੇ, ਜੋ ਕੁਝ ਅਕਾਲੀ ਦਲ 'ਚ ਵਾਪਰ ਗਿਆ। ਬਰਾੜ ਸਾਹਿਬ, ਕਿਉਂਕਿ ਅਸੀਂ ਲਾਸਟ ਮਿੰਟਾਂ ਵੱਲ ਵੱਧ ਰਹੇ ਹਾਂ ਇਸ ਪ੍ਰੋਗਰਾਮ ਦੇ, ਸਹਿਜਪਾਲ ਸਿੰਘ ਬਰਾੜ, ਕਾਂਗਰਸ ਪਾਰਟੀ। ਜੀ ਵਾਲੀਆ ਸਾਹਿਬ, ਮੈਂ ਕਿਸੇ ਹੱਦ ਤੱਕ ਇਹ ਭੱਠਲ ਸਾਹਿਬ ਨਾਲ ਸਹਿਮਤ ਵੀ ਹਾਂ। ਸਾਡੇ ਭਾਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ, ਔਰ ਇਹਨਾਂ ਨੇ ਜਦੋਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਨਾ, ਮੈਂ ਇਹਦੇ 'ਚ ਇੱਕ ਦੋ ਪੁਆਇੰਟ ਚੱਕਣਾ ਚਾਹੁੰਦਾ। ਜਦੋਂ ਇਹਨਾਂ ਨੇ ਗੱਲ ਕੀਤੀ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਫੈਲ ਚੁੱਕਿਆ ਸੀ 2012 ਤੋਂ ਬਾਅਦ। ਜਨਾਬ 2012 ਨਹੀਂ, ਜਦੋਂ ਸਾਰੀਆਂ ਸਰਕਾਰਾਂ ਹੀ ਸੋਸ਼ਲ ਮੀਡੀਆ 'ਚ ਕਾਇਮ ਹੋ ਗਈਆਂ ਸੀਗੀਆਂ ਨਾ, ਤੇ ਜਦੋਂ ਕਿਸਾਨੀ ਜਿਹੜੇ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਹੋ ਗਏ ਸੀ, ਉਸ ਟਾਈਮ ਅਸੀਂ ਰਹੇ ਬੀਜੇਪੀ ਦੇ ਨਾਲ, ਅਸੀਂ ਹਮਾਇਤ ਨਹੀਂ ਕੀਤੀ ਜਿਵੇਂ ਕਿ ਵਾਲੀਆ ਸਾਹਿਬ ਤੁਸੀਂ ਕਿਹਾ। ਪਰ ਦੂਜੀ ਗੱਲ ਕੀ ਹੋਈ, ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹੀ ਚੀਜ਼ ਹੈ, ਸਬੂਤ ਜਿਵੇਂ ਉਹ ਫੋਟੋ ਦਾ ਇੱਕ ਸ਼ੇਅਰ ਬਣਿਆ ਕਿ ਸਬੂਤ ਰਹਿ ਜਾਂਦਾ, ਚਾਹੇ ਬੰਦਾ ਅਗਾਂਹ ਦਾ ਚਾਹੇ ਪਛਾਣ ਹੋ ਜੇ। ਉਦੋਂ ਬਾਅਦ ਕੀ ਹੋਇਆ, ਬਾਦਲ ਸਾਹਿਬ ਔਰ ਬੀਬੀ ਬਾਦਲ ਹਰਸਿਮਰਤ ਜੀ, ਇਹਨਾਂ ਨੇ ਕਣਕ ਦੇ ਸਿੱਟੇ ਲੈ ਕੇ ਜਦੋਂ ਉੱਥੇ ਆਪਣਾ ਦਿੱਲੀ ਜਾ ਕੇ ਖੜ ਜਾਂਦੇ ਆ, ਉਦੋਂ ਰਵਨੀਤ ਸਿੰਘ ਬਿੱਟੂ ਜੀ ਨੇ ਵੀ ਤੇ ਹੋਰ ਲੀਡਰਾਂ ਨੇ ਵੀ ਇਹਨੂੰ ਤਾਂ ਪੁੱਛਿਆ, ਭਾਈ ਤੁਸੀਂ ਉਹੋ ਹੀ ਹੋ, ਅੱਜ ਜਿਹੜੇ ਇੱਥੇ ਖੜ ਕੇ ਡਰਾਮੇ ਕਰ ਰਹੇ ਹੋ, ਤੁਸੀਂ ਉਹੋ ਹੀ ਹੋ ਜਿਨ੍ਹਾਂ ਬੰਦਿਆਂ ਨੇ ਜਦੋਂ ਕਿਸਾਨੀ ਕਾਲੇ ਕਾਨੂੰਨ ਬਣੇ ਆ ਤੁਸੀਂ ਉਹਦੇ ਵਿੱਚ ਜਿਹੜੇ ਮੌਜੂਦ ਸੀ। ਉਦੋਂ ਬਾਅਦ ਇਸ ਚੀਜ਼ ਦਾ ਟ੍ਰੋਲ ਬਣਿਆ। ਜਨਾਬ ਸੋਸ਼ਲ ਮੀਡੀਆ ਤੇ ਵਾਲੀਆ ਸਾਹਿਬ ਇਸ ਚੀਜ਼ ਦਾ ਟ੍ਰੋਲ ਬਣਿਆ ਸੀ ਕਿ ਕੀ ਹੋ ਰਿਹਾ ਹੈ, ਕਿ ਅਸੀਂ ਪਾਗਲ ਆ। ਉਦੋਂ ਬਾਅਦ ਤੁਸੀਂ ਜੀ ਦੂਜੀ ਗੱਲ ਚੱਕ ਲਓ, ਬੰਦੀ ਸਿੰਘਾਂ ਦਾ। ਅੱਜ ਤੁਸੀਂ ਸੋਸ਼ਲ ਮੀਡੀਆ ਦੇਖੋਗੇ, ਅੱਜ ਸ਼੍ਰੋਮਣੀ ਅਕਾਲੀ ਦਲ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਤੇ ਔਰ ਜਦੋਂ ਆਪਦਾ ਇਹਨਾਂ ਦੇ ਪ੍ਰਦਰਸ਼ਨ ਵੀ ਕੀਤਾ, ਕਰਨਾ ਵੀ ਬਣਦਾ ਜੀ, ਪੰਥਕ ਪਾਰਟੀ ਹੈ,
ਪਰ ਗੱਲ ਕੀ ਨਿਕਲੀ ਕਿ ਬੰਦੀ ਸਿੰਘਾਂ ਦੀ ਰਿਹਾਈ, ਕੀ ਤੁਸੀਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਨਹੀਂ ਸੀ ਜਾਂ ਹੁਣ ਅੱਜ ਨਹੀਂ ਹੋ? ਕਿਉਂ ਨਹੀਂ ਭਾਈ ਤੁਸੀਂ ਆਵਾਜ਼ ਚੱਕੀ? ਤੁਹਾਡੇ ਲਈ ਸਿਮਰਨਜੀਤ ਸਿੰਘ ਮਾਨ ਮਾੜਾ, ਅਸੀਂ ਇਹ ਨਹੀਂ ਆਂਦੇ ਕਿ ਸਾਡੇ ਲਈ ਚੰਗਾ, ਪਰ ਤੁਹਾਡੇ ਲਈ ਮਾੜਾ ਹੈ। ਪਰ ਤੁਸੀਂ ਅੱਜ ਕਿਉਂ, ਜਦੋਂ ਸਾਡੇ ਕੋਲੇ ਸਿਰਫ ਮੈਂ ਸਮਝਦਾ 2-3 ਸੀਟਾਂ ਰਹਿ ਗਈਆਂ, ਅੱਜ ਸਾਨੂੰ ਬੰਦੀ ਸਿੰਘ ਚੇਤੇ ਆ ਗਏ? ਭਾਈ ਸਾਹਿਬ ਅਸੀਂ ਤਾਂ ਰਾਜ ਭੋਗ ਪੂਰੇ ਭੋਗ ਲਏ, ਤੁਸੀਂ ਉਦੋਂ ਤੁਹਾਨੂੰ ਬੰਦੀ ਸਿੰਘ ਚੇਤੇ ਨਹੀਂ ਆਏ। ਤੁਸੀਂ ਅੱਜ ਸਮਾਂ ਆ ਗਿਆ, ਤੁਹਾਨੂੰ ਉਸ ਪਰਿਵਾਰ ਨੂੰ ਜਿਹੜੀ ਆ ਉੱਥੋਂ ਦੀ ਸੰਗਰੂਰ ਦੀ ਬਾਹਰ ਇਲੈਕਸ਼ਨ ਜਿਹੜੀ ਸੀਗੀ ਉਹ ਸਾਨੂੰ ਲੜਾਉਣੀ ਪਈ। ਪਰ ਗੱਲ ਕੀ ਸੀਗੀ ਕਿ ਸਾਡਾ ਹੱਥ ਵਸ ਗਿਆ ਕੋਈ ਨਹੀਂ, ਅਸੀਂ ਸਿਰਫ ਸੋਸ਼ਲ ਮੀਡੀਆ ਤੇ ਆਪਦੇ ਟ੍ਰੋਲ ਜਿਹੜੇ ਬਣੇ ਉਹ ਖੁਦ ਹੀ ਬਣਾਉਂਦੇ ਰਹਿ ਗਏ। ਸਮਝਣ ਦੀ ਲੋੜ ਹੈ ਭਾਈ ਜੀ। ਇਸ ਗੱਲ ਦਾ ਜਵਾਬ ਦੇਣਾ, ਭਾਈ ਰਾਜੋਆਣਾ ਜੀ ਨੂੰ ਜਦੋਂ ਫਾਂਸੀ ਹੋਈ ਹੈ ਨਾ, ਭਾਈ ਰਾਜੋਆਣਾ ਜੀ ਦੀ ਫਾਂਸੀ ਨੂੰ ਜੇ ਮਾਫ ਕਰਾਈ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਮਾਫ ਕਰਾਈ ਗਈ ਹੈ। ਜੇ ਬੰਦੀ ਸਿੰਘਾਂ ਦੇ ਲਈ ਹੁਣ ਜਿਹੜਾ ਟਾਈਮ ਬਹੁਤ ਘੱਟ ਹੈ, ਡਾਕਟਰ ਸੁਰਿੰਦਰ ਕੰਵਲ ਨੂੰ ਪੂਰਾ ਬਰਾਬਰ ਦਾ ਟਾਈਮ ਦੇਣਾ ਚਾਹੁੰਦਾ ਮੈਂ। ਸੁਰਿੰਦਰ ਕੰਵਲ ਜੀ। ਸਰ ਪਹਿਲੇ ਤੇ ਮੈਂ ਇੱਕ ਗੱਲ ਇਹ ਚਾਹੁੰਦੀ ਆ ਕਿ ਸਾਡੇ ਪੰਜਾਬੀਆਂ ਨੂੰ ਅਜੇ ਤੱਕ ਇਹੀ ਗੱਲ ਸਮਝ ਨਹੀਂ ਆਈ ਕਿ ਰਾਜਨੀਤੀ ਜਿਹੜੀ ਆ ਨਾ ਉਹ ਚੱਲ ਰਹੇ ਯੁੱਗਾਂ ਦੇ ਫਿਊਚਰ ਦੀ ਗੱਲ ਹੁੰਦੀ ਆ, ਲੋਕਾਂ ਦੀ ਸਿੱਖਿਆ ਦੀ, ਲੋਕਾਂ ਦੇ ਜਿਹੜੇ ਆ ਐਜੂਕੇਸ਼ਨ ਦੇ ਨਾਲ ਸੰਬੰਧਿਤ, ਨਾਲੇ ਡਾਕਟਰੀ, ਨਾਲੇ ਕਿੰਨਾ ਕੁਛ ਦੇ ਨਾਲ ਸੰਬੰਧਿਤ ਹੁੰਦੀ ਆ। ਇਹ ਧਰਮ ਦੀ ਜਿਹੜੀ ਸਿਆਸਤ ਆ, ਜਾਂ ਇਹ ਕਹਿ ਲਈਏ ਕਿ ਧਰਮ ਨੂੰ ਤੁਸੀਂ ਜਦੋਂ ਰਾਜਨੀਤੀ ਨਾਲ ਰਲਗੱਡ ਕਰਦੇ ਹੋ ਤਾਂ ਫਿਰ ਪਰਿਵਾਰਵਾਦ ਨੂੰ ਜਦੋਂ ਰਾਜਨੀਤੀ 'ਚ ਲੈ ਕੇ ਆਉਂਦੇ ਹੋ, ਕਦੀ ਰਾਸ਼ਟਰ ਬਾਰੇ ਵੀ ਸੋਚ ਕੇ ਵੇਖ ਲਈਏ, ਕਦੀ ਦੇਸ਼ ਬਾਰੇ ਵੀ ਸੋਚ ਕੇ ਵੇਖ ਲਈਏ ਕਿ ਜਾਂ ਸਿਰਫ ਸਾਡੇ ਕੋਲ ਸਾਡਾ ਭਰਾ ਭਾਈ ਭਤੀਜਾਵਾਦ ਹੀ ਰਹਿ ਗਿਆ ਵਾ। ਜੋ ਸਾਨੂੰ ਰਾਜਨੀਤੀ ਕਹਿੰਦੀ ਆ, ਰਾਜਨੀਤੀ ਇਹੀ ਕਹਿੰਦੀ ਆ ਕਿ ਆਉਣ ਵਾਲੀਆਂ ਪੁਸ਼ਤਾਂ ਦੇ ਲਈ, ਚੱਲ ਰਹੇ ਲੋਕਾਂ ਦੇ ਜਨ ਜੀਵਨ ਦੇ ਲਈ, ਉਹਨਾਂ ਦੀਆਂ ਸਹੂਲਤਾਂ ਦੇ ਲਈ ਅਸੀਂ ਗੱਲ ਕਰੀਏ, ਜਦ ਕਿ ਹਮੇਸ਼ਾ ਹੀ ਧਰਮ ਦੇ ਨਾਂ ਦੇ ਉੱਤੇ ਗਲਤਾਨ ਕਰਕੇ ਹਮੇਸ਼ਾ ਹੀ ਅਸੀਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਭਰਮਾ ਰਹੇ ਹਾਂ। ਪੰਜਾਬ ਦੇ ਲੋਕਾਂ ਦੀ, ਪੰਜਾਬ ਨੂੰ ਤੇ ਪੰਜਾਬ ਦੀ ਧਰਾਤਲ ਨੂੰ ਤੇ ਇੱਕ ਪੋਲੀਟੀਕਲ ਇੱਕ ਗਰਾਊਂਡ ਮੰਨ ਲਿਆ ਗਿਆ ਵਾ ਕਿ ਇੱਥੇ ਪ੍ਰੈਕਟਿਸ ਕਰਕੇ ਵੇਖੀਏ ਕਿ ਕੀ ਅਸੀਂ ਚੱਲਦੇ ਆ। ਤਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਤਾਂ ਇਹ ਜਿਹੜੀ ਚੀਜ਼ ਆ, ਪਰਿਵਾਰਵਾਦ ਨੂੰ ਛੱਡਣਾ ਚਾਹੀਦਾ ਵਾ, ਲੋਕਾਂ ਦੇ ਧਿਆਨ ਦੇਣ ਕੇਂਦਰ। ਜਿਹੜੀਆਂ ਬਰਾੜ ਸਾਹਿਬ ਨੇ ਗੱਲਾਂ ਕੀਤੀਆਂ ਅਕਾਲੀ ਦਲ ਵਾਲੇ ਵੀਰ ਨੇ, ਜਿੰਨੀਆਂ ਵੀ ਉਹਨਾਂ ਨੇ ਸਕਸੈਸ ਦੀਆਂ ਗੱਲਾਂ ਕੀਤੀਆਂ ਅਕਾਲੀ ਦਲ ਦੇ ਵੇਲੇ, ਉਹ ਪੋਸੀਬਲ ਹੀ ਨਹੀਂ ਸੀ ਹੋ ਸਕਦੀਆਂ ਜੇਕਰ ਉਹਨਾਂ ਨੂੰ। ਡਾਕਟਰ ਸੁਰਿੰਦਰ ਕੰਵਲ ਜੀ, ਤੁਹਾਡੇ ਪਰਿਵਾਰਵਾਦ ਬਾਰੇ ਅਸੀਂ ਬਿਲਕੁਲ ਸਹਿਮਤ ਹਾਂ, ਔਰ ਅੰਦਰੂਨੀ ਜਿਹੜੀ ਡੈਮੋਕ੍ਰੇਸੀ ਵੀ ਹੋਣੀ ਚਾਹੀਦੀ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਜਦੋਂ ਇਹ ਕਹਿੰਦਾ ਹੈ ਕਿ ਜੀ ਧਰਮ ਦੀ ਗੱਲ ਨਾ ਕਰੋ, ਤੇ ਫਿਰ ਥੋੜਾ ਜਿਹਾ ਇਹ ਸੋਚਣ ਲਈ ਮਜਬੂਰ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਜਦੋਂ ਰਾਮ ਮੰਦਿਰ ਦੀ ਗੱਲ ਕਰਦੀ ਹੈ, ਰਾਮ ਮੰਦਿਰ ਬਣਾਉਣ ਦੀ, ਬਾਬਰੀ ਮਸਜਿਦ ਦੀ ਗੱਲ ਕਰਦੀ ਹੈ, ਉਦੋਂ ਫਿਰ ਕੀ ਕਹੀਏ? ਤੇ ਫਿਰ ਭਾਰਤੀ ਜਨਤਾ ਪਾਰਟੀ ਤੇ ਜਦੋਂ ਕਾਂਗਰਸ ਇਹੀ ਧਰਮ ਦੀ ਰਾਜਨੀਤੀ ਦੀ ਇਲਜ਼ਾਮ ਲਾਉਂਦੀ ਹੈ। ਬਹੁਤ ਕੁਝ ਪਿਆਰੇ ਦਰਸ਼ਕੋ ਸਮਝਣ ਵਾਲੀ ਗੱਲ ਹੈ, ਲੇਕਿਨ ਬਹੁਤ ਸਾਰੀਆਂ ਪਾਰਟੀਆਂ ਆਪਣੇ ਆਪਣੇ ਏਜੰਡੇ ਤੇ ਕੰਮ ਕਰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ, ਮੈਂ ਇਹ ਸਮਝਦਾ ਕੋਈ ਵੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਕੋਈ ਵੀ ਹੈ, ਜਿਹੜੇ ਸਿਧਾਂਤ ਨੂੰ ਲੈ ਕੇ ਚੱਲੀ ਹੈ, ਜੇ ਸਿਧਾਂਤਾਂ ਤੋਂ ਲਾਂਭੇ ਹੁੰਦੀ ਹੈ ਤਾਂ ਉਹ ਬਹੁਤ ਵਾਰ ਉਹਦਾ ਵੱਡਾ ਨੁਕਸਾਨ ਹੁੰਦਾ ਹੈ। ਤੇ ਜਿਹੜੀ ਪਾਰਟੀ ਹਮੇਸ਼ਾ ਆਪਣੇ ਸਿਧਾਂਤਾਂ ਤੇ ਕਾਇਮ ਰਹਿੰਦੀ ਹੈ ਤੇ ਉਹ ਪਾਰਟੀ ਜਿਹੜੀ ਹੈ ਉਹ ਬਚੀ ਵੀ ਰਹਿੰਦੀ ਹੈ ਤੇ ਰਾਜ ਵੀ ਕਰਦੀ ਹੈ। ਤੋਂ ਜਿਹੜੇ ਸਿਧਾਂਤ ਜਿਹੜੇ ਇਹਨਾਂ ਨੇ ਸਮਝੌਤੇ ਕੀਤੇ ਉਹਦੇ ਬਾਰੇ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੋਚਣ ਦੀ ਲੋੜ ਹੈ। ਐਨੀਵੇ, ਡਾਕਟਰ ਕੇਰ ਸਿੰਘ ਜੀ ਔਰ ਪ੍ਰਲਾਦ ਸਿੰਘ ਭੱਠਲ ਸਾਹਿਬ, ਡਾਕਟਰ ਸੁਰਿੰਦਰ ਕੰਵਲ ਜੀ ਔਰ ਸਹਿਜਪਾਲ ਸਿੰਘ ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਆਪਣੀ ਗੱਲ ਰੱਖੀ। ਪਿਆਰੇ ਦਰਸ਼ਕੋ, ਤੁਹਾਡਾ ਵੀ ਧੰਨਵਾਦ। ਔਰ ਤੁਸੀਂ ਹਰ ਰੋਜ਼ ਸਾਡੇ ਨਾਲ ਜੁੜਦੇ ਹੋ, ਸਾਡੀਆਂ ਗੱਲਾਂ ਨੂੰ ਸੱਥਾਂ ਤੱਕ ਲੈ ਕੇ ਜਾਂਦੇ ਹੋ, ਅੱਜ ਵੀ ਲੈ ਕੇ ਜਾਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋ, ਕੱਲ ਸ਼ਾਮ ਨੂੰ 5:30 ਵਜੇ ਚਰਚਾ ਪ੍ਰੋਗਰਾਮ, ਤੇ ਨਾਲ ਮੈਂ ਤੁਹਾਨੂੰ ਦੱਸਦਾ ਜਿਹਨੇ ਪ੍ਰੋਗਰਾਮ ਰਾਤ ਨੂੰ ਦੇਖਣਾ 9:40 ਤੇ ਦੇਖ ਸਕਦਾ ਹੈ, ਔਰ YouTube ਤੇ Facebook ਤੇ ਵੀ ਤੁਸੀਂ ਸਾਡੇ ਨਾਲ ਜਾ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।